अस्सलाम वालेकुम। प्रोग्राम तफ्तीशी के साथ मैं हूं सलमान कुरैशी। नाजरीन, आज एक इंतहाई अफसोसनाक वाक़या आपके सामने रखेंगे जो तहसील पसरूर के नवाही गांव संगन्याल में पेश आया, जहां पर एक जालिम शख्स ने दरिंदगी की इंतहा कर दी। जुल्म और बर्बरियत की इंतहा तब की गई, ये जिस हम ज़मीन पर मौजूद हैं यहाँ पर एक फुट का तनाज़ा जो है वो सामने आया। ये वो बन्ना बना रखा है ज़मीनों के दरमियान, जहाँ पर ये मुल्जिम पार्टी की ज़मीन है और ये सात मकतूल पार्टी की ज़मीन है। अचानक से उसने कहा कि यहाँ पर जगह ना बनाई जाए, तो उसने अंधाधुंध फायरिंग कर दी उस मुल्जिम ने, और अंधाधुंध फायरिंग के नतीजे में पहले उसने मियाँ बीवी को मौत के घाट उतारा, फिर उनकी दो मासूम बेटियों को बेदर्दी के साथ कत्ल कर दिया। एक खातून ने कहा कि क्या जुल्म कर रहे हो, उसे भी फायरिंग करके शदीद जख्मी कर दिया गया। ये सियालकोट की हदूद है जहाँ पर ये अफसोसनाक वाक़या पेश आया। हमारे साथ अहले इलाका भी मौजूद हैं, ख़ासतौर पर जो मकतूल हैं उनके भाई, बड़े भाई भी हमारे साथ मौजूद हैं, जो मुद्दई मुकदमा भी हैं, उनकी ज़ुबानी भी सुनाते हैं ये अफसोसनाक वाक़या किस तरह से पेश आया। आखिर इसके अलावा भी कोई तनाज़ा था, क्या वजूहात थी, इतनी सी बात पर 4 लोगों को कत्ल कर दिया गया, मियाँ बीवी और 2 बेटियों को, उसके पीछे असल वजूहात है क्या, इन्हीं की जुबानी आपको बताते हैं। नाजरीन, इस वक्त हमारे साथ मुद्दई मुकदमा जिनके भाई, भाभी और 2 भतीजियों को बेदर्दी के साथ कत्ल किया गया, इन्हीं से जान लेते हैं कि क्या तनाज़ा था, कब से चला आ रहा था कि इस बेरहमी के साथ इनके पूरे ख़ानदान के अफराद को, जिसकी फैमिली के 4 अफराद को बेदर्दी के साथ कत्ल कर दिया गया। भाई, बड़ा अफसोसनाक वाक़या है, अल्लाह तानू सबर देवे। ए की होया कि ये वड्डे कोई तनाज़ा नहीं साडा, कोई तनाज़ा नहीं साडा। अच्छा, एक सोहा बट बना मुंडा आया अपनी दूध ਦੇ ਵਿੱਚ ਵੱਟ ਪਾ ਰਿਹਾ। ਜਵੇਦ ਭਾਈ ਕੀ ਕਰਦੇ ਸੀ ਪਹਿਲੇ ਇਹ ਦੱਸੋ। ਜਵੇਦ ਭਾਈ ਵੱਟ ਪਾਣ ਆਇਆ ਸੀ ਜੀ। ਅੱਛਾ, ਵੱਟ ਪਾਣਾ ਹੈ। ਇਹ ਜਵੇਦ ਭਾਈ ਦੀ ਜ਼ਮੀਨ ਹੈ। ਜਵੇਦ ਭਾਈ ਜ਼ਮੀਨ ਹੈ। ਕਿੰਨੀ ਹੈਗੀ ਹੈ ਜ਼ਮੀਨ? ਇਹ ਕਾਟਨਾਟਾ ਜੀ ਜਵੇਦ ਭਾਈ ਦੀ ਹੈ। ਅੱਛਾ, ਇੱਥੋਂ ਲੈ ਕੇ 2 ਸਾਲ। ਠੀਕ ਹੈ। ਹਾਂਜੀ, ਇਹਨੇ ਕਿਹਾ ਮੈਂ ਵੱਟ ਸ਼ੁਰੂ ਤੋਂ ਇੱਧਰ ਦੇ ਹੀ ਰਹਿਣ ਵਾਲੇ ਹੋ ਇੱਥੋਂ ਹੀ ਰਹਿਣਾ ਜਨਾਬ। ਅੱਛਾ, ਉਹਨੇ ਕਿਹਾ ਵੱਟ ਚੋੜੀ ਹੋਏਗੀ ਸੁਕੂਨੇ ਲੰਘ ਜਾ ਕਰਾਂਗੇ, ਤੂੰ ਵੀ ਲੰਘ ਜਾ ਕਰਾਂਗੇ, ਅਸੀਂ ਵੀ ਲੰਘ ਜਾ ਕਰਾਂਗੇ। ਉਹਨੇ ਕਿਹਾ ਮੈਂ ਵੱਟ ਚੋੜੀ ਨਹੀਂ ਕਰਨ ਜਿਹੜੀ। ਅੱਛਾ, 2 ਦਿਗੋਂ ਦਾ ਗੱਲ ਹੈ। ਨਹੀਂ, ਵੱਟ ਕਿਹਦੀ ਜ਼ਮੀਨ ਦੇ ਉੱਤੇ ਚੋੜੀ ਕਰਨ ਲੱਗਾ? ਚੋੜੀ ਦਾ ਕਰਨ ਲੱਗਾ ਆਪਣੀ ਜ਼ਮੀਨ ਦੇ ਵਿੱਚ ਜਵੇਦ ਭਾਈ। ਆਪਣੀ ਜ਼ਮੀਨ ਆਪਣੀ ਜ਼ਮੀਨ 'ਤੇ ਕਰਦਾ ਵੈਸੇ ਚੋੜੀ। ਅੱਛਾ, ਹਾਂਜੀ, ਤੇ ਆਪਣੀ ਜ਼ਮੀਨ ਦੇ ਉੱਤੇ ਉਹਨੇ ਨਹੀਂ ਕਰਨ ਦਿੱਤੀ ਜੀ। ਅੱਛਾ, ਕਦੋਂ ਦੀ ਗੱਲ ਹੈ, ਕਿੰਨੀ ਦੇਰ ਪਹਿਲੇ? ਸੁਬਾਹ ਦੀ ਗੱਲ ਹੈ, 8 ਵਜੇ ਦੀ। ਅੱਛਾ, ਸੁਬਾਹ 8 ਵਜੇ ਦੀ। ਕੌਣ ਆਇਆ, ਕਿੱਧਰੋਂ ਆਇਆ? ਇਧਰੋਂ ਆਇਆ ਘਰ ਸਮਝ ਉਹਦਾ ਨਾਲ ਘਰ ਆ ਸ਼ਹਿਜ਼ਾਦ ਦਾ ਜੀ। ਅੱਛਾ, ਸ਼ਹਿਜ਼ਾਦ ਆਇਆ ਜੀ ਇੱਥੇ, ਜਿਹੜਾ ਮੁਲਜ਼ਮ ਹੈ। ਜਿਹੜਾ ਮੁਲਜ਼ਮ ਹੈ ਜਿਹੜਾ, ਹਾਂ, ਇੱਥੇ ਉਹਨਾਂ ਦੀ ਗੱਲਬਾਤ ਹੋਈ ਹੈ ਤੇ ਜਵੇਦ ਟੁਰ ਗਿਆ ਘਰ ਨੂੰ। ਮੈਂ ਜਾ ਕੇ ਛੋਟਾ ਸਾਡਾ ਕੋਲ ਲਿਆਉਣਾ ਨਾ, ਡੰਗਰ ਬਣੇ ਇੱਥੇ ਲਿਆ ਮੱਝਾਂ ਬੰਦਰ ਲਿਆ ਕੇ। ਅੱਛਾ, ਉਹਨੇ ਇਹ ਕੰਮ ਕੀਤਾ ਘਰ ਗਨ ਲਈ ਹੈ, ਉੱਥੇ ਖਲੋ ਗਿਆ। ਇੱਥੋਂ ਉੱਥੇ ਪੁਜਾਈ ਉਹਨੇ ਫੜਕਾਰ ਘਰ ਵੀ ਪੁੱਜਤਾ ਉਹਨਾਂ। ਜਵੇਦ ਦੇ ਨਾਲ ਗੱਲ ਉਹਨੇ ਕੀਤੀ, ਤੁਹਾਡੇ ਭਾਈ ਦੇ ਨਾਲ? ਹਾਂਜੀ, ਸ਼ਹਿਜ਼ਾਦ ਨੇ। ਸ਼ਹਿਜ਼ਾਦ ਨੇ ਜੀ। ਕੀ ਕਹਿੰਦਾ? ਉਹ ਕਹਿੰਦਾ ਕਿ ਮੈਂ ਤੈਨੂੰ ਦੱਸਣਾ ਮਜ਼ਾ ਹੋਣੀ ਹੈ। ਅੱਛਾ, ਤੂੰ ਬਸ ਪਾਸ ਦੱਸ ਮੈਨੂੰ, ਮੈਂ ਤੈਨੂੰ ਦੱਸਣਾ ਮਜ਼ਾ ਹੋਣੀ ਹੈ। ਉਹ ਮੇਰਾ ਭਾਈ ਦੋਵੇਂ ਜੀ ਘਰ, ਮੇਰੀ ਭਰਜਾਈ ਤੇ ਮੇਰਾ ਭਰਾ। ਅੱਛਾ, ਉਹ ਦੋਨੋਂ ਸੀ ਸਿਰਫ ਇੱਥੇ? ਦੋ ਜੀ ਹਾਂ ਜਿਸ ਵਿੱਚ। ਅੱਛਾ, ਕੁੜੀਆਂ ਘਰੋਂ ਕੂੜਾ ਲੈ ਕੇ ਆ ਰਹੀਆਂ, ਗੋਬਰ ਲੈ ਕੇ ਆ ਰਹੀਆਂ ਹਨ। ਅੱਛਾ, ਜਦੋਂ ਪੁੱਜਾ ਮੇਰਾ ਭਾਈ ਉੱਥੇ, ਦੋਵੇਂ ਜੀ ਪੁੱਜੇ, ਮੇਰਾ ਭਰਜਾਈ ਤੇ ਮੇਰਾ ਭਰਾ। ਹੁਣ ਉੱਥੋਂ ਫੈਰ ਮਾਰੇ ਉਹਨਾਂ ਨੂੰ, ਉੱਥੇ ਮੁੰਡੇ ਘਰ ਚੜੇ ਨੇ, ਉੱਥੇ ਸਾਹਮਣੇ ਉਹਨਾਂ ਦੇ ਸਾਹਮਣੇ। ਅੱਛਾ, ਜੋ ਮੇਰੀਆਂ ਪਸੀਆਂ ਆਈਆਂ ਨੇ, ਉਹਨੇ ਕਿਹਾ ਜ਼ੁਲਮ ਕਿਉਂ ਕੀਤਾ ਜੀ, ਕਿਉਂ ਮਾਰੇ? ਉਹਨਾਂ ਦੇ ਹੱਥ ਰੱਖ ਕੇ ਫੈਰ ਮਾਰੇ ਹੁੰਦੇ, ਇੱਕ ਦੇ ਖੋਪੜੀ ਵਿੱਚ ਮਾਰੇ ਫੈਰ ਨੂੰ, ਸਿਰ ਤੇ ਗੋਲੀਆਂ ਮਾਰੀਆਂ, ਸਿਰ ਤੇ ਗੋਲੀਆਂ ਮਾਰੀਆਂ, ਬੱਚੇ ਦੇ ਪਿੱਠ ਤੇ ਵੀ ਗੋਲੀਆਂ ਮਾਰੀਆਂ ਨੇ। ਓਏ ਹੋਏ, ਇਹਨੇ ਤਾਂ ਜ਼ੁਲਮ ਕੀਤਾ। ਇਸ ਤੋਂ ਬਾਅਦ ਜ਼ੁਲਮ ਕੀ ਕਰਨਾ, ਸਾਡਾ ਕੀ ਛੱਡਿਆ ਕੀ ਉਹਨਾਂ ਨੇ? ਕਿੰਨੀ ਉਮਰਾਂ ਸੀ ਬੱਚੀਆਂ ਦੀਆਂ? ਇੱਕ ਦੀ 25 ਸਾਲ, ਇੱਕ ਦੀ 16 ਸਾਲ। 16 ਸਾਲ ਤੇ 25, ਦੋਨੋਂ ਗੈਰ ਸ਼ਾਦੀशुदा? ਇੱਕ ਸ਼ਾਦੀशुदा ਸੀ। ਇੱਕ ਸ਼ਾਦੀशुदा? ਉਹਦਾ ਬੱਚਾ ਹੈ, ਇੱਕ ਬੱਚਾ ਵੀ? ਹਾਂਜੀ, ਸਹੀ। 8-9 ਮਹੀਨੇ ਦਾ ਬੱਚਾ ਡਿੱਗ ਗਿਆ। ਬੱਚਾ ਚੁੱਪ ਲਾਹੜੇ ਮੈਂ ਜੜੀ ਵਿੱਚ ਨਾ। ਤੇ ਜਵੇਦ ਦੇ ਨਾਲ ਕੋਈ ਮਸਲਾ ਅਗਰ ਉਸ ਟਾਈਮ ਹੋਇਆ ਉਹਦਾ, ਹਾਂਜੀ, ਤੇ ਬੱਚਿਆਂ ਦਾ, ਬੀਵੀ ਦਾ, ਉਹਨਾਂ ਦਾ ਕੀ ਕਸੂਰ ਸੀ? ਬਸ ਇਹੋ ਤੇ ਗੱਲ ਕਰਨੀ ਪਈ, ਉਹ ਕਸੂਰ ਕੀ ਸੀ ਉਹਨਾਂ ਦਾ, ਉਹਨੇ ਕਿਉਂ ਮਾਰਿਆ ਉਹਨਾਂ ਨੂੰ? ਜੇ ਮਾਰਦਾ ਜਵੇਦ ਨੂੰ ਮਾਰਦੇ, ਥਾਂ ਦਾ ਤਨਾਜ਼ਾ ਜਵੇਦ ਨਾਲ ਸੀ, ਉਹਨਾਂ ਨਾਲ ਲਾਇਆ ਤਨਾਜ਼ਾ ਸੀ, ਉਹਨਾਂ ਕੱਲ ਹੀ ਮਾਰਿਆ ਮੁਸਲਮਾਨ ਨੂੰ। ਮੂੰਹ ਮਾਰੀ ਹੋਈ ਸੀ ਕੋਈ? ਮੂੰਹ ਮਾਰੀ ਇਸੇ ਵਾਸਤੇ, ਇਸੇ ਮੂੰਹ ਮਾਰੀ ਉਹਨਾਂ ਦੀ ਹੋਈ ਹੈ। ਅੱਛਾ, ਫਿਰ ਮੈਂ ਤੈਨੂੰ ਵੱਟ ਪਾਣੀ ਦੇਣੀ, ਕਹਿੰਦਾ ਮੈਂ ਵੱਟ ਪਾਣੀ, ਮੈਂ ਆਪਣੇ ਥਾਂ 'ਚ ਵੱਟ ਪਾਣ ਦੇਣਾ। ਇਹ ਤੁਹਾਡਾ ਕਿਹੜਾ ਪਿੰਡ ਹੈਗਾ? ਇਹ ਸੰਗਨਾਲ ਹੈ ਜੀ, ਸੰਗਨਾਲ, ਨਾਜੂ ਚੱਕ ਦੇ ਨਾਲ ਹੈ ਜੀ। ਠੀਕ ਹੈ। ਕਿੰਨੀ ਦੇਰ ਤੋਂ ਇੱਥੇ ਰਹਿ ਰਹੇ ਹੋ ਤੁਸੀਂ? ਅਸੀਂ ਇੱਥੇ ਜੰਮੇ ਵੀ ਇੱਥੇ, ਪਲੇ ਵੀ ਇੱਥੇ, ਰਸ਼ੀ ਇੱਥੋਂ ਦੀ। ਠੀਕ ਹੈ। ਕਿੰਨੇ ਬੱਚੇ ਨੇ ਜਵੇਦ ਦੇ, ਤੁਹਾਡੇ ਭਾਈ ਦੇ? ਮੇਰੇ ਭਾਈ ਦੇ ਬੱਚੇ ਨੇ 6 ਬੱਚੀਆਂ, ਇੱਕ ਬੱਚਾ ਹੈ। ਇੱਕ ਬੱਚਾ ਹੈ? ਹਾਂਜੀ। ਬੇਟਾ? ਬੇਟਾ ਜੀ। ਅੱਛਾ, ਉਹ ਵੱਡਾ ਹੈ? ਬੇਟੀਆਂ ਨੂੰ ਛੋਟਾ, ਕੋਈ ਚੌਥੇ ਥਾਂ ਉਹ। ਅੱਛਾ, ਛੋਟਾ ਹੈਗਾ। ਛੋਟਾ ਹੈਗਾ। ਕਿੰਨੀ ਉਮਰ ਹੈ ਉਹਦੀ? ਉਮਰ ਹੈ ਕੋਈ 26-27 ਸਾਲ। ਉਹ ਨਹੀਂ ਗਾ ਸੀ ਇੱਥੇ?
ਨੋ ਇੱਥੇ ਨਹੀਂ ਸੀ। ਉਹ ਇੱਥੇ ਹੁੰਦਾ ਉਹਨੂੰ ਕੀ ਕਰਨਾ ਸੀ, ਬਿਲਕੁਲ ਸਾਦਾ ਜਿਹਾ, ਉਹਨੂੰ ਕੋਈ ਪਤਾ ਨਹੀਂ ਹੈ। ਅੱਛਾ ਹੁਣ ਵੀ ਉਹਨੂੰ ਕੋਈ ਖਬਰ ਨਹੀਂ ਮੇਰੇ ਪਿਓ ਨੂੰ ਕੀ ਹੋਇਆ, ਕਿਹਨੇ ਮਾਰਿਆ ਕਿਹਨੇ ਨਹੀਂ ਮਾਰਿਆ, ਅੱਛਾ ਉਹਨੂੰ ਨਹੀਂ ਪਤਾ ਕੁਝ, ਕੋਈ ਖਬਰ ਹੀ ਨਹੀਂ ਉਹਨੂੰ। ਮਤਲਬ ਉਹ ਜ਼ਹਿਨੀ ਥੋੜਾ ਜਿਹਾ ਜਿੰਨ ਦਾ ਹੌਲਾ ਥੋੜਾ ਜਿਹਾ ਆ ਗਿਆ, ਹੱਲਿਆ ਪੂਰਾ ਹੀ ਉਹ। ਸਹੀ ਲੱਗਾ। ਤੇ ਉਸ ਤੋਂ ਬਾਅਦ ਅੱਲਾਹ ਵਾਰਸ ਉਸ ਤੋਂ ਬਾਅਦ ਤੁਸੀਂ ਹੋ ਜੀ। ਸਾਡੇ ਨਿਆਂ ਸਾਨੂੰ ਚਾਹੀਦਾ, ਸਾਡੇ ਬਹੁਤ ਜ਼ਾਤੀ ਹੋਈ ਹੈ, ਸਾਡੀ ਕੋਈ ਫਰਿਆਦ ਨਹੀਂ ਸੁਣਦਾ। ਬੜਾ ਜ਼ੁਲਮ ਹੈ। ਅਗਰ ਜ਼ੁਲਮ ਕੀ ਹੋ ਸਕਦਾ ਹੈ? ਇਹ ਜਗ੍ਹਾ ਹੈ ਨਾ ਉਹਦੀ, ਇਹ ਮੁਲਜ਼ਮ ਦੀ, ਇਹ ਮੁਲਜ਼ਮੀ ਜਗ੍ਹਾ, ਇਹ ਤੁਹਾਡੇ ਭਾਈ ਦੀ, ਇਹ ਸਾਡੇ ਭਾਈ ਜਗ੍ਹਾ। ਤੇ ਅਗਰ ਇੱਥੇ ਉਹਨੇ ਚੌੜਾ ਕਰ ਲਿਆ ਆਪਣੀ ਜਗ੍ਹਾ ਤੇ ਉਹਨੂੰ ਕੀ ਮਸਲਾ ਸੀ? ਇਹੋ ਤਾਂ ਬਿਮਾਰੀ ਤੇ ਮੈਂ ਚੌੜਾ ਨਹੀਂ ਕਰਨ ਫਰਮਾਇਸ਼। ਕੋਈ ਹੋਰ ਲੋਕ ਹੈਗੇ ਸੀ ਜਿਹੜੇ ਇੱਥੇ ਵੇਖ ਰਹੇ ਸੀ? ਹੋਰ ਕੋਈ ਵੀ ਨਹੀਂ ਦੇਖਦਾ, ਭਾਈ ਜੀ ਸੀ ਗੱਲ ਸਾਰੀ। ਅੱਛਾ ਭਾਈ ਹੈਗਾ, ਐਨੀ ਸ਼ਾਇਦ ਵੀ ਹੈਗਾ। ਹਾਂਜੀ। ਤੇ ਉਹ ਹੋਰ ਇੱਕ ਖਾਤੂਨ ਨੂੰ ਵੀ ਗੋਲੀ ਲੱਗੀ ਹੈ ਜੀ। ਉਹਨੇ ਕਿਹਾ ਸੀ ਕਿਉਂ ਜ਼ੁਲਮ ਕੀਤਾ ਜੀ? ਅੱਛਾ ਜਿਹੜਾ ਇਹ ਕਹਿੰਦਾ ਰਿਹਾ ਫੈਟੋ ਦੱਸਦਾ ਮੂੰਹ ਤੇ ਸਿੱਧੀ ਗੋਲੀਆਂ ਮਾਰੀ, ਪ੍ਰੈਸ ਮਾਰੀ, ਕਲਸ਼ਨ ਕੋਪ ਦੇ ਕਲੈਕਸ਼ਨ ਕੱਢ ਕੇ ਲਿਆਇਆ, ਕਲਸ਼ਨ ਕੱਢ ਕੇ ਲਿਆਇਆ ਜੀ। ਤੇ ਉਹਦਾ ਘਰ ਹੈ ਬਿਲਕੁਲ ਕੋਲ, ਇਹ ਸਾਹਮਣੇ ਘਰ ਹੈ ਜੀ। ਤੇ ਘਰ ਵਾਲੇ ਕਿੱਥੇ ਸੀ ਉਹਦੇ? ਘਰ ਰੋਟੀ ਬੀਬੀ ਰੋਟੀ ਪਕਾ ਰਹੀ ਸੀ। ਉਹਨਾਂ ਕਿਹਾ ਜ਼ੁਲਮ ਕਰ ਜਿਹੜੇ ਕਿਉਂ ਮਾਰੇ ਨਹੀਂ ਹੈ, ਉਹਦਾ ਚੱਜ ਲੱਗ ਨਸ ਤੂੰ। ਅੱਛਾ ਉਹਦੀ ਬੀਬੀ ਅੰਦਰ ਹੀ ਸੀ? ਉਹਦੀ ਬੀਬੀ ਅੰਦਰ ਹੀ ਸੀ, ਰੋਟੀ ਪਕਾ ਰਹੀ ਸੀ। ਜਾ ਕੇ ਦੱਸਿਆ, ਕਹਿੰਦਾ ਨਾ ਉੱਠ ਨਾ ਚਲੀਏ। ਉਹਨਾਂ ਕਿਹਾ ਜ਼ੁਲਮ ਕੀਤੇ, ਜ਼ਾਲਮਾ ਜ਼ੁਲਮ ਕੀਤੇ, ਕੰਮ ਤੂੰ ਨਹੀਂ ਸੀ ਕਰਨਾ ਚਾਹੀਦਾ, ਤੇਰੀਆਂ ਘਰ ਜਮੋਈ ਦੀਆਂ ਸਨ ਜਿਹੜੇ ਤੂੰ ਮਾਰ ਕੇ ਆਇਆ, ਬੇਦਰਜਾ ਤੂੰ ਨਹੀਂ ਸੀ ਮਾਰਨਾ। ਕਹਿੰਦਾ ਅੱਗੇ ਲੱਗ ਤੇਰੀ ਲਗਾਣਾ ਵਾ ਗੋਲੀਆਂ ਗਾਓ। ਡਰਦੀ ਵਜਾ ਟੋਪੀ ਲੈ ਕੇ ਭੱਜ ਕੇ ਲਿਆ ਕੇ। ਸਿਰਫ ਉਹ ਮੀਆਂ ਬੀਵੀ ਰਹਿੰਦੇ ਇੱਥੇ? ਨਹੀਂ ਨਾਲ ਬੱਚੇ ਵੀ ਇੱਥੇ ਉਹਦੀ। ਅੱਛਾ ਸਾਰੇ ਭੱਜ ਗਏ? ਹਾਂਜੀ 4 ਬੱਚੇ ਸਨ, 2 ਬੱਚੀਆਂ ਹੋਈਆਂ। ਤੇ ਕਿਸੇ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ? ਗਨ ਨੂੰ ਕੋਲ ਫੜੀ, ਕਲਾਸ਼ ਨੂੰ ਕੋਲ ਫੜੀ, ਗਾਂ ਦਾ ਮੈਂ ਪਹੁੰਚਣਾ ਕੌਣ ਜਾਂਦਾ ਜੀ ਕੋਲ? ਖਾਲੀ ਤੂੰ ਜਾ ਸਕਦਾ? ਸਾਡੇ ਕੋਲ ਹਥਿਆਰ ਵੀ ਨਹੀਂ ਜਾਂਦੇ। ਠੀਕ ਹੈ। ਇਹ ਜਦੋਂ ਵਾਰਦਾਤ ਹੋ ਗਈ ਫਿਰ ਪੁਲਿਸ ਨੂੰ ਦੱਸਿਆ ਤੁਸੀਂ? ਹਾਂਜੀ ਪੁਲਿਸ ਨੂੰ ਦੱਸਿਆ ਜੀ। ਕਿੰਨੀ ਦੇਰ ਬਾਅਦ ਆਈ ਪੁਲਿਸ? 2 ਘੰਟੇ ਬਾਅਦ ਆਈ ਹੈ ਜੀ। 2 ਘੰਟੇ ਬਾਅਦ ਆਈ? 2 ਘੰਟੇ ਬਾਅਦ ਆਈ ਹੈ ਜੀ। ਓਏ ਹੋਏ ਹੋਏ। ਬੜੇ ਫੋਨ ਹਸਪਤਾਲ ਲਿਜਾਣ ਦੀ ਨੌਬਤ ਹੀ ਨਹੀਂ ਆਈ ਕਿਸੇ ਨੂੰ ਵੀ? ਨਾ ਆਉਂਦੀ ਨਹੀਂ ਪਈ ਤੇ ਜਾਣਾ ਕਿਸੇ। ਨਹੀਂ ਹਸਪਤਾਲ ਕਿਸੇ ਹੋਰ ਤਰੀਕੇ? ਨਹੀਂ ਜੀ ਨਹੀਂ, ਕੋਈ ਨਹੀਂ। ਮੌਕੇ ਦੇ ਉੱਤੇ ਹੀ ਡੈਥ ਹੋ ਗਈ ਸੀ ਸਾਰੇ? ਉਸੇ ਟਾਈਮ ਹੋ ਗਈ ਜੀ। ਉਹਨਾਂ ਵਿਚਾਰੀ ਪਾਣੀ ਵੀ ਮੰਗਿਆ, ਹਾਈ ਵੀ ਕੀਤੀ। ਫੈਰ ਦੇ ਦਰਜੇ ਦੇ ਮਾਰੇ ਸਿਰ 'ਚ ਕੋਪਰੀਏ, ਫੈਰ ਮਾਰੇ, ਇਹ ਜਗ੍ਹਾ ਫੈਰੇ ਹੋਏ, ਇਹ ਜਗ੍ਹਾ ਲੋਕਾਂ ਦੇ ਫੈਰ ਵੱਜੇ, ਪਿੱਠ 'ਚ ਫੈਰ ਵੱਜੇ ਦੀਆਂ ਗੋਲੀਆਂ ਮਾਰੀਆਂ। ਅੱਡਾ ਜ਼ਾਲਮ ਸੀ ਉਹ, ਇਹ ਤਾਂ ਜ਼ਾਲਮ ਕੀਤਾ ਉਹਨਾਂ। ਕਿੰਨੇ ਵਜੇ ਦਾ ਵਕੂਆ ਹੈ? 8 ਵਜੇ ਦਾ ਜੀ। ਸੁਬਹ? ਹਾਂਜੀ ਸੁਬਹ। ਭੱਜ ਗਿਆ ਆਰਾਮ ਨਾਲ। ਪੁਲਿਸ 10 ਵਜੇ ਪਹੁੰਚੀ? 10 ਵਜੇ ਪਹੁੰਚੀ ਹੈ ਜੀ। ਕੀ ਕਹਿੰਦੀ ਫਿਰ ਪੁਲਿਸ? ਉਸੇ ਕੀ ਕਹਿਣਾ, ਕਹਿੰਦਾ ਰੁਕਣਾ ਨਹੀਂ, ਪੂਰਾ ਸਾਥ ਦਿਆਂਗੇ। ਅੱਛਾ ਕੌਣ ਆਇਆ ਸੀ? ਐਸਐਚਓ ਵੀ ਆਇਆ ਸੀ, ਹਾਂ ਡਿਪਟੀ ਵੀ ਆਇਆ ਸੀ, ਫਿਰ ਡੀਪੀਓ ਵੀ ਆਇਆ ਸੀ। ਡੀਪੀਓ ਵੀ ਆਇਆ? ਹਾਂਜੀ। ਮਿਲਿਆ ਤੁਹਾਨੂੰ? ਮਿਲਿਆ ਜੀ। ਕੀ ਕਹਿੰਦਾ? ਉਹਨੇ ਕਿਹਾ ਤੁਹਾਡਾ ਪੂਰਾ ਸਾਥ ਦਿਆਂਗਾ, ਤੁਹਾਨੂੰ ਫਿਕਰ ਕਰਨੀ ਕੋਈ ਜ਼ਰੂਰਤ ਨਹੀਂ, ਜਿੱਥੇ ਮਤਲਬ ਮੈਂ ਫੜ ਕੇ ਲਿਆਵਾਂਗਾ ਮੈਂ। ਵਕੂਆ ਸੁਣਾਇਆ ਉਹਨੂੰ? ਸੁਣਾਇਆ, ਪੂਰਾ ਸੁਣਾਇਆ ਜੀ ਉਹਨੇ ਕਿਹਾ ਕਿ ਮੈਂ ਜਾਣਦਾ, ਹੁਣ ਮੇਰਾ ਕੰਮ ਜਾਣਾ, ਮੁਰਜਾ मैं फड़ा। मुलजम फरार है? मुलजम फरार है। नाजरीन ये जुल्म की इंतहा कर दी गई है। एक बार दोबारा मैं कहूँगा अपने कैमरामैन से कि वो जगह दिखाएं कि ये जो जगह है इसका तनाज़ा था और मुलजिम को किस चीज़ का रंज था, क्यों उसने ये कदम उठाया कि उसने ना सिर्फ जवेद को बल्कि उसकी बीवी को और साथ 2 बच्चियों को भी बेदर्दी के साथ कत्ल कर दिया। एक लड़की जो है वो बड़ी 25 साल जिसकी उम्र थी, शादीशुदा थी, उसका एक बच्चा है, जबकि एक 16 साल बच्ची थी जिसे बेदर्दी के साथ कत्ल किया गया। हमारे साथ मजीद लोग भी मौजूद हैं जो जवेद के रिश्तेदार भी हैं, अजीज़ो कारिब हैं, मोहल्लेदार हैं, उनकी ज़ुबानी भी जान लेते हैं इस अफसोसनाक वाक़े के पीछे असल हक़ाइक़ है क्या वजूहात बनी, आखिर उसने इतना बड़ा कदम क्यों उठाया और ख़वातीन को भी बेदर्दी के साथ वो निशाना बनाता रहा। की वकूआ की है भाई? वकूआ सर सुबह 8 बजे का टाइम था। मैं नाश्ता कर रहा था। अच्छा। भाई मेरा कई लेके आया। अच्छा ਤੁਹਾਡਾ ਵੀ ਭਾਈ ਹੈ? ਭਾਈ ਹੈ, ਅਸੀਂ ਇੱਕ ਹੀ ਜਗ੍ਹਾ ਤੇ ਰਹਿ ਰਹੇ ਹਾਂ। ਇੱਕ ਹੀ ਘਰ ਦੇ ਵਿੱਚ ਦੋਵੇਂ ਜਣੇ ਨੇ। ਤੁਸੀਂ ਇਕੱਠੇ ਰਹਿੰਦੇ ਹੋ? ਜਵੇਦ ਤੋਂ ਵੱਡੇ ਛੋਟੇ? ਵੱਡੇ। ਅੱਛਾ। ਕਈ ਲੈ ਕੇ ਨਿਕਲਿਆ। ਮੈਂ ਕਿਹਾ ਜਵੇਦ ਕਿੱਥੇ ਚੱਲੇ ਆ? ਕਹਿੰਦਾ ਯਾਰ ਬੰਨਾ ਥੋੜਾ ਜਿਹਾ ਮੈਂ ਚੌੜਾ ਕਰ ਲਾਂ, ਉੱਥੋਂ ਦੀ ਲੰਘਣ ਦੀ ਬੜੀ ਆਵਾਜ਼ ਆ ਰਹੀ ਹੈ, ਬੱਚੀਆਂ ਗੋਇਆ ਸ਼ੋਇਆ ਲੈ ਕੇ ਲੰਘਦੀਆਂ ਨੇ, ਕਿਤੇ ਡਿੱਗ ਨਾ ਪੈਣ ਬਾਰਿਸ਼ ਦੇ ਮੌਸਮ ਨੇ। ਮੈਂ ਕਿਹਾ ਫਿਰ ਆਪਣੀ ਪੈਲੀ 'ਚ ਪਾਈ ਯਾਰ, ਕਿਸੇ ਨਾਲ ਮੱਥਾ ਨਾ ਲਾਈ। ਉਹਨੇ ਕਿਹਾ ਨਹੀਂ ਮੈਂ ਕਿਸੇ ਨਾਲ ਨਹੀਂ ਕਰਦਾ। ਉਨੀ ਦੇਰ ਉਹ ਘਰ ਚਲਾ ਗਿਆ। ਘਰ ਜਾਣ ਲੱਗਾ ਤੇ ਇੱਥੇ ਰੌਲਾ ਪੈ ਗਿਆ, ਫਾਇਰ ਦੀ ਆਵਾਜ਼ ਆਈ ਹੈ। ਮੈਂ ਰੋਟੀ ਦਾ ਨਵਾਲਾ ਮੂੰਹ 'ਚ ਪਾਇਆ, ਮੇਰਾ ਨਵਾਲਾ ਗਾਹ ਨਹੀਂ ਲੱਗਿਆ, ਮੈਂ ਨਸਾਂ ਵੇਖਿਆ ਤੇ ਮੁਜਰਮ ਉਹਨਾਂ ਦੋਵਾਂ ਨੂੰ, ਬਾਪ ਬੇਟੀ ਨੂੰ ਕਤਲ ਕਰ ਦਿੱਤਾ। ਅੱਛਾ ਪਹਿਲੇ ਬਾਪ ਔਰ ਬੇਟੀ ਨੂੰ ਕਤਲ ਕੀਤਾ? ਬੇਟੀ ਨੂੰ ਕਤਲ ਕੀਤਾ ਜੀ, ਛੋਟੀ ਬੇਟੀ ਨੂੰ। ਅੱਛਾ ਉਹ ਨਾਲ ਸੀ ਪਿਓ ਦੇ? ਪਿਓ ਦੇ ਨਾਲ ਸੀ। ਅੱਛਾ ਮੱਝ ਬੰਨਣ ਆਈ ਸੀ ਇੱਥੇ। ਅੱਛਾ ਉਸ ਤੋਂ ਬਾਅਦ ਉਹਦੀ ਬੇਗਮ ਤੇ ਵੱਡੀ ਬੇਟੀ ਉਹਦੀ, ਹਾਂ ਉਹ ਜਨਾਬ ਗੋਬਰ ਲੈ ਕੇ ਆ ਰਹੀਆਂ ਨੇ, ਉਹਨਾਂ ਨੇ ਜਾਣਾ ਸੀ ਉਹ ਅੱਗੇ ਸਾਡੀ ਪੀਟਰ ਉੱਥੇ ਜਾ ਕੇ ਸੁੱਟਣਾ ਸੀ। ਅੱਛਾ ਪੈੜੀ ਦੇ ਵਿੱਚ ਉਹ ਲੈ ਕੇ ਆਈਆਂ ਨੇ। ਇਜਾਜ਼ ਮੁਹੰਮਦ ਸ਼ਰੀਫ ਬਲਦ, ਉਹਦਾ ਘਰ ਇਹਦੇ ਨਾਲ ਪਰਲੇ ਪਾਸੇ ਵੇ। ਅੱਛਾ ਉਹਨੇ ਗਨ ਫੜੀ, ਉਹਨਾਂ ਦੋਨਾਂ ਨੂੰ ਮਾਰ ਛੜਿਆ। ਇਜਾਜ਼ ਨੇ? ਇਜਾਜ਼ ਨੇ। ਉਹ ਕੌਣ ਹੈ?
ਉਹ ਜਨਾਬ ਇਹਦੇ ਨਾਲ ਗੁਆਂਢੀ ਹੈ ਪਰਲੇ ਪਾਸੇ, ਜਿਹਦੇ ਨਾਲ ਸਾਡਾ ਪਹਿਲੇ ਕੇਸ ਚੱਲਦਾ ਸੀ। ਅੱਛਾ, ਇਹਦੇ ਨਾਲ ਹੋਰ ਵੀ ਮੁਲਜ਼ਮ ਹੈਗੇ ਸੀ? ਹਾਂਜੀ। ਅੱਛਾ। ਉਹ ਮਾਰ ਕੇ ਤੇ ਮੈਂ ਜਨਾਬ ਅਜੇ ਇੱਥੇ ਪਹੁੰਚਿਆ ਤੇ ਉਹ ਮੇਰੀ ਭਰਜਾਈ ਦੀ ਤੇ ਮੇਰੀ ਭਤੀਜੀ ਦੀ ਵੀ ਡੈਥ ਹੋ ਗਈ ਹੈ, ਮੇਰੇ ਭਰਾ ਦੀ ਵੀ ਡੈਥ ਹੋ ਗਈ ਹੈ। ਤੇ ਮੈਂ ਜਨਾਬ ਰੋਂਦਾ ਕਰਲਾਂਦਾ ਪਿਆ, ਮੈਂ ਕਿਹਾ ਇਹਨਾਂ ਨੂੰ ਚੁੱਕ ਲਓ, ਇਹਨਾਂ ਨੂੰ ਚੁੱਕ ਲਓ। ਕੋਈ ਨਹੀਂ ਮੇਰੀ ਸੁਣੀ। ਮੈਂ ਕਿਹਾ 15 ਤੇ ਕਾਲ ਕਰੋ ਯਾਰ। 15 ਤੇ ਕਾਲ ਕੀਤੀ ਹੈ। 10 ਵਜੇ ਪੁਲਿਸ ਆਈ ਹੈ, 10 ਵਜੇ ਤੱਕ ਮੇਰੇ ਇੱਥੇ ਡੈਥ ਪਾਰਟੀਆਂ ਪਈਆਂ ਰਹੀਆਂ ਨੇ, ਕਿਸੇ ਨੇ ਮੇਰੀ ਸੁਣਵਾਈ ਨਹੀਂ ਦਿੱਤੀ। ਧੁੱਪ ਜੋਰਾਂ ਦੀ 2 ਘੰਟੇ ਤੱਕ ਲਾਚਾਂ 2 ਘੰਟੇ ਤੱਕ ਬਗੂਏ ਤੇ ਪਈਆਂ ਰਹੀਆਂ ਨੇ ਜਨਾਬ। ਇੰਨੀ ਧੁੱਪ ਚੜੀ ਹੈ, ਰੈਸਕਿਊ ਨੂੰ ਨਹੀਂ ਤੁਸੀਂ? ਰੈਸਕਿਊ ਵਾਲੇ ਵੀ ਕੋਈ ਨਹੀਂ ਆਇਆ। ਓਏ ਹੋਏ, ਐਡਾ ਜ਼ੁਲਮ ਜਨਾਬ ਸਾਡੇ ਤੇ। ਫੇਰ ਜਨਾਬ ਇੱਥੇ ਆਇਆ ਨੇ, ਮੰਜੀਆਂ ਤੇ ਪਾ ਛੜੀਆਂ ਨੇ, ਧੁੱਪੇ ਪਈਆਂ ਰਹੀਆਂ ਨੇ। ਮੈਂ ਕਿਹਾ ਖੁਦਾ ਦਾ ਵਾਸਤਾ ਜੇ ਸ਼ਾਮੇ ਕਰਨ ਦਿਓ। ਇਹਨਾਂ ਨੇ ਕਹਿੰਦੀ ਸ਼ਾਮੇ ਨਹੀਂ ਕਰਨੀਆਂ, ਡੀਪੀਓ ਸਾਹਿਬ ਆ ਰਹੇ ਨੇ। ਅੱਛਾ। ਮੈਂ ਕਿਹਾ ਜੀ ਆ ਲੈਣ ਦਿਓ, ਡੀਪੀਓ ਸਾਹਿਬ ਨੂੰ ਵੀ ਆ ਲੈਣ ਦਿਓ। ਉਹ ਕਿੰਨੇ ਵਜ ਗਏ? ਡੀਪੀਓ ਸਾਹਿਬ ਆਏ ਨੇ ਜੀ ਪੌਣੇ 12 ਵਜੇ। ਪੌਣੇ 12 ਵਜੇ? ਜੀ ਸਿਆਲਕੋਟ ਤੋਂ ਪੌਣੇ 12 ਵਜੇ 1 ਘੰਟੇ ਦਾ ਸਫ਼ਰ ਹੈ। 4 ਘੰਟੇ ਬਾਅਦ ਆਏ? 4 ਘੰਟੇ ਬਾਅਦ ਆਏ ਨੇ। ਉਹਨਾਂ ਨੇ ਕਿਹਾ ਜੀ ਮੈਂ ਤੁਹਾਡੇ ਨਾਲ ਵਾਅਦਾ ਕਰਨਾ ਕਿ 24 ਘੰਟੇ ਦੇ ਅੰਦਰ ਅੰਦਰ ਮੁਜਰਮ ਫੜ ਕੇ ਤੁਹਾਡੇ ਪੇਸ਼ ਕਰ ਦਾਂਗੇ ਸਾਹਮਣੇ। ਅੱਛਾ। ਹੁਣ ਜਨਾਬ 48 ਘੰਟੇ ਹੁੰਦੇ ਪਏ ਨੇ, ਅਜੇ ਤੱਕ ਕੋਈ ਕਿਸੇ ਮੁਜਰਮ ਦੀ ਫੜਾਈ ਨਹੀਂ। ਕਿਉਂ ਕਿ ਪੁਲਿਸ ਇਸ ਵਾਸਤੇ ਨਹੀਂ ਕਰ ਰਹੀ, ਪੁਲਿਸ ਆਪਣੀ ਕਮਾਈ ਕਰ ਰਹੀ ਹੈ। ਪੁਲਿਸ ਮੁਜਰਮਾਂ ਦੇ ਡੰਗਰ ਡੁੰਗਰ ਖੋਲ ਕੇ ਲੈ ਗਈ ਹੈ। ਅੱਛਾ। ਕਿਉਂਕਿ ਉਹਨਾਂ ਦੇ ਸਾਰੇ ਘਰ ਦੇ ਵਿੱਚੋਂ ਜੋ ਵੀ ਹੈ ਲੈ ਗਈ ਹੈ। ਕੱਲ ਨੂੰ ਸਾਡੇ ਨਾਂ ਦੇ ਨਾਂ ਪਏ, ਇਹਨਾਂ ਨੇ ਲੁੱਟ ਲਿਆ। ਪੁਲਿਸ ਨੇ ਰਾਤੀ 12 ਵਜੇ ਦੇ ਵਿੱਚੋਂ ਸਾਰਾ ਸਮਾਨ, ਹਾਂਜੀ ਰਾਤੀ 12 ਵਜੇ, ਰਾਤੀ ਜਿਹੜੀ ਰਾਤ ਗੁਜ਼ਰੀ ਹੈ, ਇਹ 12 ਵਜੇ ਪੁਲਿਸ ਲੈ ਗਈ ਹੈ ਡੰਗਰ ਸ਼ੰਗਰ ਉਹਨਾਂ ਦੇ ਟਰੱਕ 'ਚ ਪਾ ਕੇ। ਅੱਛਾ। ਸਾਨੂੰ ਕੋਈ ਪਤਾ ਨਹੀਂ ਕਿੱਥੇ ਲੈ ਗਈ ਹੈ। ਤੇ ਨਾਲ ਸਾਡੇ ਨਾਲ ਬੜਾ ਜ਼ੁਲਮ ਹੋਇਆ। ਇਨਸਾਫ ਮਿਲਣਾ ਚਾਹੀਦਾ ਸਾਨੂੰ ਕਿਸੇ ਤਰੀਕੇ ਨਾਲ। ਤੇ ਜਨਾਬ ਮੀਡੀਆ ਦੇ ਖਬਰ ਜੇ ਚੜ ਕੇ ਸਾਨੂੰ ਇਨਸਾਫ ਮਿਲ ਸਕਦਾ ਤੇ ਇਨਸਾਫ ਮਿਲਣਾ ਚਾਹੀਦਾ। ਕੱਲ ਜਨਾਬ ਪੂਰਾ ਦਿਨ ਸਾਡਾ ਪਸਰੂਰ ਹਸਪੀਟਲ ਦੇ ਵਿੱਚ ਲੱਗਾ ਰਿਹਾ। ਕੋਈ ਡਾਕਟਰ ਉੱਠ ਕੇ ਤੇ ਜਨਾਬ ਮੈਡੀਕਲ ਨਹੀਂ ਸੀ ਕਰਦਾ, ਪੋਸਟਮਾਰਟਮ ਨਹੀਂ ਸੀ ਕਰਦਾ। ਮੈਂ ਮਿੰਨਤਾਂ ਕਰ ਛੜੀਆਂ, ਮੈਂ ਤਰਲੇ ਪਾ ਛੜੇ। ਮੈਂ ਕਿਹਾ ਰੱਬ ਦਾ ਵਾਸਤਾ ਜੇ ਸਾਨੂੰ ਫਰਕ ਕਰ ਦਿਓ, ਮੈਂ ਡੱਟ ਬਾਜ਼ੀਆਂ ਕਰਕੇ ਤੇ ਇਹਨਾਂ ਨੂੰ ਸਪੁਰਦੇ ਖਾਕ ਕਰਦੇ ਆ। ਲੇਕਿਨ ਮੇਰੀ ਕਿਸੇ ਨੇ ਨਹੀਂ ਸੁਣੀ। ਉਹਨਾਂ ਨੇ ਆਪਣੀ ਮਰਜ਼ੀ ਨਾਲ ਕਰ ਸਾਨੂੰ ਮਗਰਬ ਤੋਂ ਬਾਅਦ ਉੱਥੋਂ ਫਰਕ ਕੀਤਾ। ਜਨਾਬ ਰਾਤੀ 11 ਵਜੇ ਇੱਥੇ ਪਹੁੰਚੇ ਆ। 11 ਵਜੇ? ਰਾਤੀ 11 ਵਜੇ ਇੱਥੇ ਪਹੁੰਚੇ ਆ। ਕਦੋਂ ਫਿਰ? ਹੁਣ ਜਨਾਬ ਸਵੇਰ ਤਫਲੀਨ ਕੀਤੀ ਉਹਨਾਂ ਦੀ। ਸੁਬਹ ਦਫਨਾਇਆ? ਸੁਬਹ ਦਫਨ ਕੀਤਾ ਗਿਆ। इंसाफ नहीं मिला। वज़ीर आला पंजाब साहिबा मरियम नवाज साहिबा, ये सुन ले, ये पसरूर के ही रहने वाले हैं, ये कोई इलाका गैर में नहीं रहते। ये तहसील पसरूर है, संगनाल इनका गांव है, जहां पर ये अफसोसनाक वाक़या पेश आया कि एक जुल्म और बर्बरियत की एक मिसाल कायम कर दी गई। एक छोटे से टुकड़े के तनाज़ा पर उससे अपनी ही जो है जगह पर एक थड़ा बनाने पर बेदर्दी के साथ ना सिर्फ जवेद को कत्ल किया गया, बल्कि उसकी बीवी जो उसके साथ उसी की अपनी ही पहलियों में मजदूरी कर रही थी, उसे भी कत्ल कर दिया गया। 2 बच्चियों को भी कत्ल कर दिया गया। और पुलिस 2 घंटे ताखीर से यहाँ पर पहुंची और आके उन्होंने किस तरह से कार्रवाई का आगाज़ किया, ये उनके भाई की ज़ुबानी आपको सुना दिया है। यहाँ पर जुल्म और बर्बरियत की तो एक मिसाल कायम की गई, लेकिन पुलिस ने इसमें अब तक क्या किरदार अदा किया, कुछ भी नहीं। मुलजिम ताहाल गिरफ्तार नहीं हो सका। वो दंदनाता हुआ असले से लेस होकर फायरिंग करता हुआ खौफ व हिरास फैलाकर यहाँ से बासानी फरार हो गया। ये गांव जो है वो बिल्कुल बॉर्डर एरिया के करीब है। इसके आगे जो है वो इंडिया की हदूद शुरू हो जाती है, लेकिन यहाँ के जो रहने वाले हैं उनको पूरा हक है कि वो हमारे पाकिस्तानी हैं, हमारे शहरी हैं, और उनको तहफ़्फ़ुज़ किसने देना है, कैसे देना है। नाज़रीन, मियाँ बीवी और 2 बेटियों के कत्ल का मामला है। 4 अफराद को बेदर्दी के साथ कत्ल किया गया। मोहल्लेदार हमारे साथ मौजूद हैं, उनकी ज़ुबानी भी जान लेते हैं। भाई, बड़ा ही अफसोसनाक वाक़या है। हुण ते भाई नाल भी गल होई। हां जी, ए जिवें ओ दस रहे ने इंज ही है वकूआ। हां जी बिल्कुल। इन्नी जी जगह दे उत्तों जगह तो उत्तों अपनी जगह च बना रहे हैं और फिर भी उन्होंने मार दिया है, तो बहुत गलत है। ऐसा नहीं करना चाहिए बिल्कुल नहीं। ਤੇ ਉਹ ਵੀ ਸ਼ੁਰੂ ਤੋਂ ਹੀ ਇੱਥੇ ਰਹਿੰਦਾ ਹੋਏਗਾ? ਹਾਂਜੀ ਬਿਲਕੁਲ ਇੱਥੇ ਹੀ ਰਹਿੰਦਾ ਉਹ। ਹਾਂ, ਜਾਣਦੇ ਸੀ ਉਹਨੂੰ ਵੀ? ਹਾਂਜੀ ਜਾਣਦੇ ਨੇ ਉਹਨੂੰ। ਤੇ ਜਵੇਦ ਨੂੰ ਵੀ? ਤੁਸੀਂ ਜਵੇਦ ਵੀ ਜਾਣਦੇ? ਮਹੱਲੇਦਾਰ ਹੀ? ਹਾਂਜੀ। ਕੀ ਕੋਈ ਪਹਿਲੇ ਵੀ ਇਹਨਾਂ ਦਾ ਕੋਈ? ਪਹਿਲੇ ਤੇ ਕੋਈ ਐਸੇ ਨਹੀਂ ਦੇਖਿਆ। ਹਲਕੀ ਫੁਲਕੀ ਕੋਈ ਰੰਜਿਸ਼? ਹਲਕੀ ਫੁਲਕੀ ਕੋਈ ਨਹੀਂ ਦੇਖੀ, ਬਸ ਇਹ ਹੀ ਦੇਖਿਆ ਬਸ ਐਸੀ। ਇਹ ਕੀ ਦੇਖਿਆ ਫਿਰ? ਪਰ ਇਹ ਮਿੱਟੀ ਪਾਈ ਹੈ ਬਸ, ਉਸੇ ਤੋਂ ਉਹਨਾਂ ਮਾਰਿਆ, ਹੋਰ ਕੋਈ ਗੱਲ ਨਹੀਂ ਹੋਈ। ਜਵੇਦ ਨੇ ਪਾਈ ਹੈ? ਜਵੇਦ ਨੇ ਪਾਈ ਹੈ। ਅੱਛਾ, ਕੀ ਕਿਹਾ ਫਿਰ ਉਹਨੇ ਆ ਕੇ? ਉਹਨੂੰ ਕੁਝ ਵੀ ਨਹੀਂ ਕਿਹਾ। ਉਹਨੂੰ ਕਿਹਾ ਵੀ ਮੈਂ ਆਪਣੀ ਜਗ੍ਹਾ ਤੇ ਮਿੱਟੀ ਪਾ ਰਿਹਾ। ਉਹਨੇ ਕਹਾ ਕਿ ਡੱਕ ਦਿੱਤਾ, ਉਹਨੂੰ ਪੈਰ ਮਾਰ ਦਿੱਤਾ। ਗੱਲ ਬਸ ਇੰਨੀ ਜੀ ਗੱਲ। ਚਲੋ, ਉਹਨੂੰ ਤੇ ਪੈਰ ਮਾਰਤਾ, ਉਹਦੀ ਬੀਵੀ ਨੂੰ ਵੀ ਮਾਰਤਾ, ਬੱਚੀਆਂ ਨੂੰ ਵੀ ਮਾਰਤਾ। ਗਲਤ ਕੀਤਾ ਨਾ, ਉਹਨੇ ਬੀਵੀ ਨੂੰ ਵੀ ਪੈਰ ਮਾਰਿਆ, ਬੱਚੀਆਂ ਨੂੰ ਮਾਰਿਆ, ਤੇ ਬਹੁਤ ਨਜਾਇਜ਼ ਕੀਤਾ ਨਾ ਉਹ ਤੇ। ਵੈਸੇ ਜਵੇਦ ਨਾਲ ਵੀ ਨਾਇਨਸਾਫੀ ਅਗਰ ਆਪਣੀ ਜਗ੍ਹਾ ਦੇ ਉੱਤੇ ਕਰ ਰਹੇ। ਚਲੋ, ਅਗਰ ਹੋ ਵੀ ਗਈ ਗੱਲ, ਕੋਈ ਡੰਡਾ ਛੋਟਾ ਮਾਰਦੇ, ਇਹ ਤੇ ਨਹੀਂ ਇਕੱਠੇ ਪੈਰ ਮਾਰ ਕੇ ਮਾਰ ਦਿਓ ਸਾਰਿਆਂ ਨੂੰ। ਇਹ ਤੇ ਗਲਤ ਮਾਰਦੇ ਨਾ। ਮਹੱਲੇਦਾਰ ਖਤੂਨ ਨੂੰ ਵੀ ਸੁਣਿਆ ਮਾਰਿਆ? ਉਹਨੂੰ ਵੀ ਮਾਰਿਆ। ਉਹ ਦੁੱਧ ਲੈਣ ਆਈ, ਸੁਣਿਆ ਉਹਨੂੰ ਵੀ ਮਾਰ ਦਿੱਤਾ। ਉਹਨੂੰ ਨਾਲ ਤੂੰ ਕਿਉਂ ਬੋਲਣੀ ਹੈ ਵਿੱਚ? ਗਲਤ ਹੈ ਨਾ ਇਹ।
ਮਤਲਬ ਜਿੰਨੇ ਕੋਈ ਵੀ ਜ਼ੁਲਮ ਦੇ ਖਿਲਾਫ ਆਵਾਜ਼ ਬਾਕੀ ਉਹਨਾਂ ਨੂੰ ਚੁੱਕੀ ਹੈ। ਮਾਰਿਆ, ਹਾਂ ਬਿਲਕੁਲ ਉਹਨੂੰ ਉਹ ਫੈਰ ਮਾਰਦਾ ਰਿਹਾ। ਮਾਰਦਾ ਜੀ, ਹਾਂ ਓਏ ਹੋਏ ਗਲਤ ਕੀਤਾ ਸੀ। ਸਹੀ ਹੈ। ਤੇ ਕੀ ਪੁਲਿਸ ਤੋਂ ਕੋਈ ਹੈ ਉਮੀਦ? ਪੁਲਿਸ ਦੇ ਕੁਝ ਵੀ ਨਹੀਂ ਕਰਦੀ, ਪੁਲਿਸ ਆਸੇ ਪਾਸੇ ਬੰਦੇ ਫੜ ਰਹੀ ਆ, ਵੀ ਤੱਕ ਤਾਂ ਫੜਿਆ ਨਹੀਂ ਕਿਸੇ ਨੇ ਵੀ, ਕੋਈ ਵੀ ਉਹਨੂੰ। ਪੁਲਿਸ ਫੜੇਗੀ ਤਾਂ ਪਤਾ ਚੱਲੇਗਾ ਨਾ ਪੁਲਿਸ ਨੇ ਫੜਿਆ, ਫਿਰ ਤੇ ਪਤਾ ਲੱਗੇ ਵੀ ਪੁਲਿਸ ਉਹ ਕਹਿੰਦਾ ਭਾਈ ਦੱਸਦਾ ਉਹਦਾ ਜਵੇਦ ਦਾ ਜੀ ਕਿ 2 ਘੰਟੇ ਬਾਅਦ ਆਈ ਹੈ। 2 ਘੰਟੇ ਬਾਅਦ ਉਹ ਦੱਸ ਰਿਹਾ, 2 ਘੰਟੇ ਬਾਅਦ ਆਈ ਹੈ। ਇੱਥੇ ਲਾਸ਼ਾਂ ਪਈਆਂ ਧੁੱਪੇ, ਕਿਸੇ ਨੇ ਪੁੱਛੇ ਨਹੀਂ ਆਣ ਕੇ। ਤੁਸੀਂ ਵੀ ਪਹੁੰਚ ਗਏ ਸੀ ਮੌਕੇ? ਹਾਂਜੀ ਤੁਸੀਂ ਵੀ ਵੇਖਿਆ ਸਭ ਕੁਝ, ਆਮ ਬਿਲਕੁਲ ਐਸਾ ਵੇਖਿਆ। ਸਹੀ ਹੈ। ਕੀ ਮੁਤਾਲਬਾ ਤੁਹਾਡਾ? ਮੁਤਾਲਬਾ ਇਹ ਸਜ਼ਾਤ ਮਿਲਣੀ ਚਾਹੀਏ ਉਹਨਾਂ ਨੂੰ, ਸਜ਼ਾਤ ਉਸ ਮੈਂ ਤਾਂ ਉਹਨੂੰ ਚੌਂਕ 'ਚ ਲਟਕਾਉਣਾ ਚਾਹੀਏ, ਉਸਦੇ ਹੱਥ ਪੈਰ ਵੱਢ ਕੇ, ਇਸ ਬੰਦੇ ਨੇ ਜਿਸਨੇ ਇਸਨੇ ਕੰਮ ਕੀਤਾ ਹੈ। ਗਲਤ ਕੀਤਾ, ਬਹੁਤ ਗਲਤ ਕੀਤਾ। ਜ਼ੁਲਮ ਕੀ ਹੈ, ਜ਼ੁਲਮ की बल्कि इंतहा कर दी गई है। मजीद लोग भी मौजूद है। भाई तुसी मोहल्लेदार हो? जी नहीं, मेरा चाचू है जिसके साथ ये एक अफसोसनाक वाक़या हुआ है। हाँ जी, तो ये तकरीबन 8 बजे का टाइम था, जैसे कि आप लोगों को पहले भी मालूम हो गया है, जो हमारे ताया जान उन लोगों चाचू जान ने आपको बता दिया है। तो बिल्कुल इसी तरह जो है यार वाक़या हुआ है। कोई तनाज़ा भी चल रहा था इनका? तनाज़ा कुछ भी नहीं है, जो आपको बताया गया, ये थोड़ी सी मिट्टी की वजह से जो है इनकी थोड़ी सी हुई है। मिट्टी तो उसकी जगह पे डाली थी, ये मिट्टी अपनी जगह पे तो डाली थी। फिर ये क्या मामला हुआ? बस उसने कहा ये नई मिट्टी इधर नहीं डालनी है, इसी बात उसने जो है ना। तो आगे से क्या कहा आपके जो चाचू ने? चाचू ने यही कहा कि मैं मिट्टी डालता हूँ, तो उसने कहा नहीं डालनी। तो इसी बात पे चाचू जो है वो उसने कहा मैं आपको बताता हूँ। वो घर चला गया, चाचू मेरा उधर चला गया। उसने चाचू जैसे ही उसके दरवाजे के सामने पहुंचा है, तो उसने जो है ना राइफल निकाल के AK-47 के साथ उसको ब्रेस्ट मारा है, और वो जान पे जो है ना वो उनकी डेथ हो गई है। उनकी वाइफ थी जो मेरी चाची लगती है, उसको भी उसने ब्रेस्ट मारा है सर के ऊपर, उसकी भी जो है जान पे जो है डेथ हो गई है। 2 मेरी कजनें आ रही थी पीछे थी, उन लोगों ने। वो बच्चियां किधर आ रही थी? वो भी खेत से जा रही थी? वो बच्चियां भी इधर ही आ रही थी। अच्छा। उनको काम था आगे खेत की तरफ, तो वो जैसे पहुंची है उसको पता चल गया, इन लोगों ने बच्चियों ने भी देख लिया, उसने उन दोनों को भी जो है वो ब्रेस्ट मार दिया। उसके बाद एक हमारी पड़ोसन है, वो आई है, वो इनके लिए इनके घर दूध लेने के लिए आती है। उसने जो है चलाना शुरू किया, अपनी आवाज़ को बुलंद किया ताकि लोग मेरी आवाज़ को सुने और हमारी जो मदद के लिए आए। चिल्लाना शुरू जी, चलाना शुरू किया। तो उसने उसको भी ब्रेस्ट मारा है, जो कि वो बहुत ही तफसीसनाक हालत में लाहौर हॉस्पिटल में मुंतकिल जी मुंतकिल कर दिया। उनकी भी हालत नाजुक है। जी नाजुक है। नाज़रीन, जुल्म के खिलाफ जिसने आवाज़ उठाई है वो जालिम दरिंदे ने उसको निशाना बनाया। पहले उसने जवेद को कत्ल किया, जवेद की बीवी ने जब शोर मचाया उससे भी कत्ल कर दिया गया, जब उनकी बेटियां आ रही थी उन्हें भी बेदर्दी के साथ कत्ल किया गया। फिर एक मोहल्लेदार खातून ने आवाज़ उठाई कि ये क्या जुल्म कर रहे हो, उस पर भी सीधी गोलियां बरसाई गई, जिसकी हालत इस वक्त तफ्तीशनाक बताई जा रही है, जिसे लाहौर में एक अस्पताल में तिब्बी इमदाद दी जा रही है। तो ये जुल्म की इंतहा कर दी गई। पुलिस ने किस तरह से रिस्पॉन्स दिया वो भी आपको सुना दिया कि 2 घंटे की ताख़ीर के बाद पुलिस यहाँ पर पहुंची, और पुलिस ने जो कार्रवाई की है वो भी उन्हीं की ज़ुबानी सुना दिया कि अब तक पुलिस सिर्फ उनके घर से जो जानवर बंधे हुए थे मुलजिम के घर से वो लेके गई और कुछ सामान उठाकर ले गई है। अब तक मुलजिम की गिरफ्तारी अमल में नहीं लाई जा सकी। ये अफसोसनाक वाक़या जो तहसील पसरूर है वहाँ का एक नवाई गाँव है, वहाँ पर पेश आया, और इस अफसोसनाक वाक़े के बाद अभी तक गाँव के लोगों में खौफ व हिरास भी फैला हुआ है। मुलजिम की गिरफ्तारी के हवाले से क्या पुलिस कोई काम कर रही है? जी, पुलिस को जो है हमने 15 पे कॉल की है, लेकिन पुलिस जो है वो पूरे 2 घंटे के बाद मौके पे पहुंची है। जो हमारी इधर डेड बाती थी वो उसी तरह धूप में पड़ी हुई थी, और जब आए हैं तो उन लोगों ने बस वही रवायती तरीके से जो कानूनी कार्रवाई होती है वो की है। उसके बाद हमें कोई इतना ख़ास रिस्पॉन्स नहीं दिया, और DPO साहब आए, उसने कहा कि 24 घंटे के अंदर अंदर हम मुलज़म को पकड़ेंगे इंशाल्लाह। तो अभी 24 घंटे की बजाय 48 घंटे होने वाले हैं, लेकिन पुलिस ने हमें कोई रिस्पॉन्स नहीं दिया। मुजरिम के बारे में हमें कुछ भी आगाह नहीं किया गया। तो मेरी जो है वो रिक्वेस्ट है वज़ीर-ए-आज़म शहबाज शरीफ पाकिस्तान और वज़ीर आला मरियम नवाज़ साहबा से कि हमें तहफ़्फ़ुज़ मुहैया किया जाए, और मुजरिम के साथ जो हैं वो सख्त से सख्त नोटिस लिया जाए और कानूनी कार्रवाई की जाए, और हमें इंसाफ दिलाया जाए। इंसाफ दिलाया जाए, बिल्कुल दुरुस्त मुतालबा है। और इनकी जो है वो मुतालबा रियासत की ही जिम्मेदारी है कि उन्हें इसमें किरदार अदा करना होगा। भाई बड़ा अफसोसनाक वाक़या है ये, सब कुछ जो बता रहे हैं ये सिर्फ इसी वजह से ही हुआ। ये सिर्फ इसी ज़मीन के छोटे। आप कहाँ पे थे? तो मैं ना जो कत्ल किए गए उनका भाई हूँ, मेरी सिस्टर थी।
अच्छा बांजियां थी मेरी 2। अच्छा, वो बांजियां जी, थी, जी। ठीक है, ठीक वो है। बच्चियों के मामू हैं। जी मामू का। अच्छा। तो जो हमें पता चला था कि इस तरह उनका लड़ाई झगड़ा इसी से शुरू हुआ है, कोई ज्यादा बातचीत भी नहीं हुई उनकी। उन्होंने कहा कि ये नहीं करो, उन्होंने कहा सुबह के ठीक है। वक्त ही सुबह शुरू के हुआ। वक्त मुझे जो कॉल गई है ना तकरीबन 8 या 8:30 का टाइम होगा। अच्छा, किसकी ठीक कॉल है। आई है आपको? कॉल मेरी भाभी गई थी मुझे कि इस तरह रोला हो गया तो कत्ल कर दिया गया उनको। अच्छा। ठीक है। और ये तो एक मैं कहता हूँ दरिंदगी क्या है, इससे भी बढ़कर किया उस बंदे ने। चलो बंदे को मारा है, अगर मारा तो किसी टांग पे मार दे, बाजू पे मार दे, डरा दे उसको। ये तो नहीं सीधी सीधी गर्दन पे गोलियां चला दी, दिमाग पे जिधर आया बस ब्रेस्ट मारे उसने। ठीक वो है। बच्चियों का क्या कसूर था? वही तो हम गलत बात पूछना थी। चाहते हैं। अभी पुलिस वाले भी आए थे, उनको भी बताया कि उन बच्चियों का क्या कसूर था। ठीक है। उन्होंने क्या बिगाड़ा था इसका? और वो वाइफ ठीक है। वो जो एक मेरी भांजी थी शादीशुदा, उसका मेरे ख्याल में 1.5 साल का बच्चा, उसका क्या कसूर था? वो क्या वैसे ही आई हुई थी घर जी, यहाँ पे? यहाँ पे कहाँ पे रहती थी वो यहीं घर पे आई हुई थी अपने मायके में। वैसे यहाँ के किसी और गांव में शादी हुई जी बच्ची जी की? जी जी। सही है। मुजफ्फरवाल के साथ ही गाँव था, उधर शादी हुई थी उनकी। कितने दिनों और से आई हुई थी? ये तकरीबन 3-4 महीने से आई हुई थी इधर। और बच्चा देखो 1.5 साल का बच्चा है उसका। ठीक है। उसके साथ जो भी जुल्म किया इन्होंने, हमें उसका इंसाफ चाहिए। हमारा तो यही मुतालबा है कि उस बंदे को पकड़ करना, ऐसी सजा दी जाए ताकि आने वाली नस्लें भी सोचें इस तरह का काम करने के लिए कि यार इबरत क्या होती है। इबरत क्या होती है। बिल्कुल दुरुस्त मुतालबा है इनका। यही मुतालबा है कि मुलजिम को सख्त से सख्त सजा मिलनी चाहिए कि आइंदा कोई भी ऐसा करने से पहले ये ज़रूर सोच ले कि इसका अंजाम क्या होगा। मजीद लोगों से भी बात करते हैं। नाजरीन, बात हो रही है इंतहाई अफसोसनाक वाक़े के बारे में जिसमें मियाँ बीवी और 2 बेटियों को बेदर्दी के साथ 1 फुट ज़मीन के तनाज़ा पर कत्ल कर दिया गया। हमारे साथ वो गमज़दा रिश्तेदार मौजूद हैं। ये वो 2 बेटियां हैं जो मकतूल की जवेद की बेटियां हैं। इनकी 2 बहनों को भी कत्ल किया गया, इनके वालिदैन को भी कत्ल कर दिया गया। और ये जो बच्ची है ये सबसे छोटी मकतूल जवेद की बेटी है। और जो हाथ में इसने बच्चा इस वक्त पकड़ा हुआ है, जो बड़ी बेटी 25 साला बेटी को फायरिंग करके कत्ल किया गया, ये उसका 1.5 साल का बच्चा है। मजीद इन्हीं की ज़ुबानी जान लेते हैं ये सब कुछ क्या हो गया इनके साथ, ये क्या मुतालबा करती हैं, इन्हीं की ज़ुबानी सुनाते। माँ जी, बड़ा अफसोसनाक वाक़या है। अल्लाह तानु सबर देवे। की हो गया सब कुछ? ज्यादा अफसोसनाक वाक़या कोई दुनिया ਤੇ ਨਹੀਂ ਹੋਇਆ ਜੇ ਸਾਡੇ ਨਾਲ ਹੋਇਆ। ਇਹਨਾਂ ਨੇ ਮਾਰਿਆ ਸਵੇਰ 8 ਵਜੇ ਘਰੋਂ ਗਿਆ, ਕਈ ਲੈ ਕੇ ਉੱਥੇ ਵੱਟ ਬੰਨਣ, ਨਾਲ ਇਹਦੀ ਬੀਵੀ ਵੀ ਗਈ ਹੈ। अच्छा, कौन जवेद गया है? ਜਵੇਦ ਗਿਆ, ਜਵੇਦ ਦੀ ਬੀਵੀ ਗਈ। अच्छा। ਇਹਨਾਂ ਜਾ ਕੇ ਉੱਥੇ ਵੱਟ ਬੰਨੀਆਂ, ਉਹਨੇ ਕਿਹਾ ਮੈਂ ਨਹੀਂ ਬੰਨਣ ਦੇਣੀ। ਉਹਨੇ ਆਖਿਆ ਅੱਛਾ ਯਾਰ ਤੂੰ ਦੇਖ ਲੈ, ਫਿਰ ਨਹੀਂ ਬੰਨਣ ਦੇਣਾ ਤੇ ਤੂੰ ਬੰਨ ਦੇ। ਉਹ ਬਾਅਦ ਵਿੱਚ ਨਾ ਉਹਨਾਂ ਨੇ ਫੈਰ ਕਰ ਦਿੱਤਾ। 2 ਬੱਚੀਆਂ ਗਈਆਂ ਨੇ ਗੋਇਆ ਲੈ ਕੇ, ਜਿਹੜੀਆਂ ਮਾਰੀਆਂ ਗਈਆਂ ਨੇ। अच्छा। ਉਹਨਾਂ ਨੇ ਪੈਲੀ 'ਚ ਗੋਇਆ, ਪਿਓ ਨੇ ਆਖਿਆ ਲੈ ਕੇ ਆਇਓ ਸਟਾਲਾ ਰਾਣਾ ਬੱਚਿਆਂ ਮੱਝਾਂ ਵਾਸਤੇ। अच्छा। ਉਹਨਾਂ ਨੇ ਕਿਹਾ ਹਾਏ ਅੱਬੂ ਮਾਰ ਛੜਿਆ, ਮੈਂ ਮਾਰ ਛੜਿਆ। ਉਹਨਾਂ ਦੋਨਾਂ ਨੂੰ ਉਹਨੂੰ ਫੈਰ ਮਾਰ ਕੇ ਮਾਰ ਛੜਿਆ, ਉਹਨਾਂ ਨੂੰ ਵੀ ਮਾਰ ਛੜਿਆ। ਮੁੜ ਕੇ ਆ ਬੱਚੀਆਂ ਗਈਆਂ ਨੇ ਰੋਂਦੀਆਂ ਧੋਂਦੀਆਂ, ਅਸੀਂ ਨੱਸਿਆ ਸਾਰੇ। ਕੀ ਹੋਇਆ ਸਾਡੇ ਸਾਹ ਹੀ ਨਹੀਂ ਲਿਆ ਕਿਸੇ ਨੇ। ਇਹ ਫੈਰ ਮਾਰੇ ਨੇ। ਉਹ ਜਿਹੜੀ ਬੱਚੀ ਸ਼ਾਦੀशुदा ਜਿਹਦਾ ਬੱਚਾ ਛੋਟਾ ਉਹਦਾ, ਉਹਨਾਂ ਨੇ ਅੱਧਾ ਸਿਰ ਹੀ ਡਵਾ ਦਿੱਤਾ। ਇੱਕ ਪਾਸੇ ਜੱਜੀ, ਇੱਕ ਪਾਸੇ ਸ਼ਹਿਜ਼ਾਦ, ਇਹਨਾਂ ਨੇ ਸਾਡਾ ਕੱਖ ਕੰਡਾ ਨਹੀਂ ਛੱਡਿਆ ਵੀ। ਸਾਨੂੰ ਸਿਰਫ ਇਨਸਾਫ ਚਾਹੀਦਾ ਹੈ। ਇਹ ਮੇਰੇ ਦੇਵਰ ਦੀ ਟੈਂਕੀ ਪਈ ਦੀ ਹੈ। ਇਹ ਮੇਰਾ ਦੇਵਰ ਆਪਣੀਆਂ ਬੱਚੀਆਂ 6 ਬੱਚੀਆਂ ਦਾ ਬਾਪ ਹੈ। ਇਹ ਉਹਦੀ ਟੈਂਕੀ ਪਈ ਦੀ ਹੈ। ਇਹ ਸਪਰੇਅ ਕਰਕੇ ਆਪਣੀਆਂ ਬੱਚੀਆਂ ਦਾ ਪੇਟ ਪਾਲਦਾ ਪਿਆ ਸੀ। ਸਾਨੂੰ ਸਿਰਫ ਇਨਸਾਫ ਚਾਹੀਦਾ। ਡੀਪੀਓ ਕਿੱਥੇ ਸਾਹਿਬ ਸਪਰੇਅ ਆਏ ਕਰਦੇ ਨੇ, ਸੀ? ਬਾਹਰ ਪੈਲੀਆਂ ਮੁੰਜੀਆਂ। अच्छा। ਸਾਡੇ ਆਏ ਨੇ ਡੀਪੀਓ ਸਾਹਿਬ ਆਏ ਨੇ। ਉਹਨਾਂ ਨੂੰ ਮੈਂ ਕਿਹਾ ਕਿ ਇਹ ਮਾਮਲਾ ਆ। ਉਹਨਾਂ ਨੇ ਆ ਬੱਚੇ ਨੂੰ ਆਪਣੀ ਸੀਨੇ ਤੇ ਲਟਾਇਆ, ਛੋਟੇ ਨੂੰ। ਉਹ ਬਹੁਤ ਰੋਏ ਨੇ। ਉਹਨਾਂ ਕਿਹਾ ਕਿ ਜਿਸ ਟਾਈਮ ਮੈਂ ਨਾ ਬੱਚੀਆਂ ਨੂੰ ਇਹ ਚਿਹਰੇ ਤੋਂ ਚੁੱਕ ਕੇ ਪਰਦਾ ਤੇ ਇਹਨਾਂ ਦਾ ਚਿਹਰਾ ਵੇਖਿਆ, ਮੈਂ ਆਪਣਾ ਬਾਪ ਉਹਨਾਂ ਦਾ ਬਣ ਕੇ ਚਿਹਰਾ ਵੇਖਿਆ। ਉਹਨਾਂ ਨੇ ਨਾਲ ਕੁਰਾਨ ਦੀ ਆਇਤ ਪੜ੍ਹੀ ਹੈ, ਨਾਲ ਉਹਨਾਂ ਕਿਹਾ ਕਿ ਤੁਹਾਨੂੰ ਇਨਸਾਫ ਜ਼ਰੂਰ ਮਿਲੇਗਾ। ਇਹ ਡੀਪੀਓ ਨੇ ਕਿਹਾ? ਡੀਪੀਓ ਸਾਹਿਬ ਨੇ ਕਿਹਾ। ਡੀਪੀਓ ਸਾਹਿਬ ਨੇ ਕਿਹਾ। अच्छा। ਉਹਨਾਂ ਨਾਲ ਕੁਰਾਨ ਦੀ ਆਇਤ ਪੜ੍ਹੀ, ਨਾਲ ਬਹੁਤ ਜ਼ਿਆਦਾ ਰੋਏ ਨੇ ਇਸ ਬੱਚੇ ਨੂੰ ਆਪਣੇ ਉੱਤੇ ਲਟਾ ਕੇ। ਉਹਨਾਂ ਕਿਹਾ ਤੁਹਾਨੂੰ ਇਨਸਾਫ ਜ਼ਰੂਰ ਮਿਲੇਗਾ, ਮੈਂ ਇਹਨਾਂ ਨੂੰ ਇਨਸਾਫ ਦੇ ਕਟਾਰੇ 'ਚ ਜ਼ਰੂਰ ਲਿਆਵਾਂਗਾ। ਦੂਸਰਾ, ਮੈਂ ਉਹਨਾਂ ਨੂੰ ਜਾਂਦੀ ਵਾਰੀ ਕਿਹਾ ਕਿ ਜੋ ਮੇਰਾ ਭਰਾ ਲੱਗਣਾ, ਬੱਚਾ ਲੱਗਣਾ, ਮੈਨੂੰ ਆਪਣਾ ਫੋਨ ਨੰਬਰ ਜ਼ਰੂਰ ਦੇ ਕੇ ਜਾ, ਮੈਂ ਤੇਰਾ ਇਨਸਾਫ ਪੁੱਛਾਂਗੀ ਕਿ ਕੀ ਬਣਿਆ। ਉਹ ਮੇਰੇ ਕੋਲ ਨੰਬਰ ਮੌਜੂਦ ਹੈ ਡੀਪੀਓ ਸਾਹਿਬ ਦਾ। ਉਹ ਮੈਨੂੰ ਆਪਣਾ ਨੰਬਰ ਬੜੀ ਖੁਸ਼ੀ ਨਾਲ ਦੇ ਕੇ ਉਹਨਾਂ ਆਖਿਆ 24 ਘੰਟਿਆਂ 'ਚ ਜਿਸ ਟਾਈਮ ਤੇਰਾ ਦਿਲ ਕਰੇਗਾ ਸਾਨੂੰ ਕਾਲ ਕਰਾਂਗੇ, ਅਸੀਂ ਤੇਰੀ ਕਾਲ ਚੁੱਕਾਂਗੇ ਤੇ ਤੁਹਾਨੂੰ ਇਨਸਾਫ ਜ਼ਰੂਰ ਦਵਾਵਾਂਗੇ। ਬਾਕੀ ਜਿਹੜਾ ਹੈ ਉਹ ਇਹਨਾਂ ਬੱਚੀਆਂ ਨੂੰ ਪੁੱਛੋ ਕਿ ਕਿਸ ਤਰ੍ਹਾਂ। ਉਹ ਮੇਰੀ
ਜਠਾਣੀ ਦਰਾਣੀ ਮੋਈ ਦੀ ਸੀ ਪਈ ਦੀ ਡਿੱਗੀ ਦੀ ਤੇ ਡਿੱਗਦੇ ਮਰੀਦ ਨੂੰ ਸ਼ਹਿਜ਼ਾਦ ਨੇ ਜਾਂਦੇ ਇੱਕ ਫੇਰ ਮਾਰ ਛੜਿਆ ਫੇਰ ਮਾਰੇ ਫੇਰ ਮਾਰੇ ਮੇਰੀਆਂ ਜਿਹੜੀਆਂ ਪਤਰੀਆਂ ਮਰੀਆਂ ਨੇ ਉਹਨਾਂ ਦੇ ਸਿਰ ਇੱਕ ਦਾ ਤੇ ਜਿਹੜੀ ਸ਼ਾਦੀशुदा ਸੀ ਜਿਹਦਾ ਬੱਚਾ ਉਹਦਾ ਇੰਨਾ ਕੁ ਸਿਰ ਹੀ ਆ ਨਹੀਂ ਆ ਖੋਪਰੀ ਆ ਨਿਕ ਨਜ਼ਰ ਆਉਂਦੀ ਪਈ ਸੀ ਉਹਨਾਂ ਨੂੰ ਤੱਕਣ ਨਹੀਂ ਸੀ ਹੁੰਦਾ ਪਿਆ ਛੋਟਾ ਦਿਲ ਵਾਲਾ ਉਹਨਾਂ ਨੂੰ ਨਹੀਂ ਤੱਕਦਾ ਮੇਰੇ ਦਿਓਰ ਦਾ ਇਹ ਸਾਰਾ ਗਲਾ ਇੱਕ ਪਾਸੋਂ ਕੱਟ ਕੇ ਵੱਢ ਕੇ ਸੁੱਟ ਛੱਡਦਾ ਇਹ ਸਾਰੇ ਛਾਤੀ 'ਚ ਮੇਰੀਆਂ ਜਵਾਨ ਪਤਰੀਆਂ ਦੀਆਂ ਸੀਨੇ ਦੇ ਵਿੱਚ ਇਹਨਾਂ ਗੋਲੀਆਂ ਮਾਰੀਆਂ ਨੇ ਬਾਜੀ ਕੀ ਕੋਈ ਪੁਰਾਣੀ ਨਫ਼ਰਤ ਸੀ ਕੋਈ ਰੰਜਿਸ਼ ਕੋਈ ਇਹਨਾਂ ਨਾਲ ਸਾਡੀ ਕੁੱਤਿਆਂ ਦਲਿਆਂ ਨਾਲ ਨਫ਼ਰਤਾਂ ਜਿਹੜੀਆਂ ਹੋਈਆਂ ਲੂਲਿਆਂ ਨਾਲ ਹੈ ਆਹੀ ਜਾਜੀ ਨਾਲ ਇਹ ਨਾਲ ਦੂਜਾ ਜਿਹੜਾ ਨਾਲ ਰਲਾਇਆ ਸ਼ੈਤਾਨ ਇਹਦੇ ਨਾਲ ਤੇ ਸਾਡੀ ਕੋਈ ਨਹੀਂ ਸੀ ਅੱਛਾ ਤੇ ਉਹਦੇ ਨਾਲ ਕੀ ਮਸਲਾ ਇਹ ਮਸਲੇ ਜੇ ਸਾਡੇ ਚੱਲੇ ਆਏ ਤੇ ਉਹ ਉਹਦੇ ਨਾਲ ਵੀ ਜ਼ਮੀਨ ਦਾ ਕੋਈ ਮਸਲਾ ਹਾਂਜੀ ਉਹਦਾ ਤਾਂ ਵਿਆਹ ਸੀ ਉਹ ਅੱਗੇ ਵੀ ਹੋਇਆ ਸੀ ਇਹ ਇਹਨਾਂ ਨੂੰ ਹੁਣ ਪੁੱਛੋ ਬੱਚਿਆਂ ਨੂੰ नाजरीन आपने गुफ्तगू सुनी उनका कहना है कि DPO जो है वो बड़ी देर तक रोते रहे हमदर्दी जो है इंसानी हमदर्दी वो होनी चाहिए और आला हुकाम में अगर हो ये बहुत अच्छी बात है अगर जैसे उन्होंने वादा किया है ये वादा वफा भी होना चाहिए उन्होंने वादा लिया है कि इन बच्चियों का चेहरा उन्होंने देख लिया है अब जब तक इन्हें इंसाफ फराहम नहीं करते तब तक वो सुख का सांस नहीं लेंगे लेकिन अभी तक तो मुलजिम की गिरफ्तारी के हवाले से कोई बात सामने नहीं आई अलबत्ता ख़वातीन को वो वादा दे के गए हैं आपको सुनाया भी है कि किस तरह से उन्होंने वादा दिया है कि मुलजिम को ना सिर्फ गिरफ्तार करेंगे बल्कि उसके मंतकी अंजाम तक भी पहुंचाया जाएगा बच्चियां मौजूद हैं इनसे जान लेते हैं इनका क्या मुतालबा है बड़ा अफसोसनाक वाक़या बेटा अल्लाह आपको सब्र दे क्या कहेंगी आप मैं बोलती हूँ मेरे अम्मी अबू घर से गए थे यहाँ थे ਵਾਟ ਬਣਨ ਵਾਸਤੇ ਅੰਮੀ ਵੀ ਗਏ ਅਬੂ ਵੀ ਨਾਲ ਗਏ ਨੇ ਉਸ ਤੋਂ ਬਾਅਦ ਮੇਰੀਆਂ ਦੋ ਸਿਸਟਰਾਂ ਗਈਆਂ ਨੇ ਪਿੱਛੇ ਗੋਇਆ ਲੈ ਕੇ ਜਦੋਂ ਇਹਨੇ ਸ਼ਹਿਜ਼ਾਦ ਔਰ ਜੱਜੀ ਇੱਕ ਸਾਈਡ 'ਤੇ ਹੈ ਨਹੀਂ ਦੂਸਰੀ ਸਾਈਡ 'ਤੇ ਸ਼ਹਿਜ਼ਾਦ ਹੀ ਇਹਨਾਂ ਨੇ ਮੇਰੇ ਅੱਬੂ 'ਤੇ ਗੋਲੀਆਂ ਚਲਾਈਆਂ ਨੇ ਬਾਅਦ ਵਿੱਚ ਇਹਨਾਂ ਨੇ ਮੇਰੀ ਮਾਂ ਨੂੰ ਮਾਰਿਆ ਉਸ ਤੋਂ ਬਾਅਦ ਅਸੀਂ ਫਾਇਰਿੰਗ ਦੀ ਆਵਾਜ਼ ਸੁਣ ਕੇ ਅਸੀਂ ਵੀ ਦੋਨੇ ਨੱਠੀਆਂ ਜਿੰਨੀ ਦੇਰ ਤੱਕ ਅਸੀਂ ਗਏ ਰਹੇ ਹਾਂ ਸਭ ਨੂੰ ਖਤਮ ਕਰਕੇ ਤੇ ਹੀ ਜਾਂਦੇ ਸ਼ਹਿਜ਼ਾਦ ਇੱਕ ਦਫਾ ਫਿਰ ਮੇਰੀ ਮਾਂ ਨੂੰ ਗੋਲੀ ਮਾਰ ਕੇ ਗਿਆ ਮਾਂ ਦੀਆਂ ਉਂਗਲਾਂ ਢਵਾੜੀ ਦੀਆਂ ਹੀ ਮੇਰੇ ਪਿਓ ਦਾ ਹੱਥ ਜ਼ਖਮੀ ਕਰ ਦਿੱਤੇ ਦਾ ਹੀ ਇੱਥੇ ਗੋਲੀਆਂ ਚਲਾਈ ਦੀਆਂ ਸੀ ਇੱਥੇ ਭੈਣ ਦੇ ਸਿਸਟਰ ਦੇ ਦਿਮਾਗ ਚਲਾਈ ਦੀਆਂ ਸੀ ਔਰ ਸਾਨੂੰ ਸਿਰਫ ਇਨਸਾਫ ਚਾਹੀਦਾ ਅਸੀਂ ਇਸ ਤੋਂ ਜ਼ਿਆਦਾ ਔਰ ਕੁਛ ਨਹੀਂ ਲੈਂਦੇ ਸਾਨੂੰ ਇਨਸਾਫ ਚਾਹੀਦਾ ਆਪਣੀਆਂ ਭੈਣਾਂ ਦਾ ਔਰ ਆਪਣੇ ਮਾਂ ਪਿਓ ਦਾ ਨੂੰ ਇਨਸਾਫ ਚਾਹੀਦਾ ਔਰ ਅਸੀਂ ਲੈਣਾ ਇਨਸਾਫ ਕਿਸੇ ਵੀ ਤਰ੍ਹਾਂ ਸਾਨੂੰ ਇਨਸਾਫ ਦਿਓ इंसाफ का मुतालबा कर रही है वो बच्ची जिनके वालिदैन का साया उनसे छीन लिया गया जिसकी दो बहनों को बेदर्दी के साथ कत्ल कर दिया गया एक बड़ी बहन थी एक जो दूसरी 16 साल की बहन थी एक बच्चा जो इस वक्त बच्ची की गोद में देख रहे हैं ये भी जवेद की छोटी बेटी है जो बच्चा इसने गोद में उठा रखा है वो इसकी बड़ी बहन जो शादीशुदा थी मकतूला उसका 1.5 साल का बच्चा है उसने ये बच्चा अपने पास साथ लेके गई हुई थी उठाया हुआ था इससे पकड़ा हुआ था जब उसने मारा था उसने और जब उसके गोली चलाई थी इधर ये बच्चा गिर के उधर दूर चला गया था गोली चलाई ना उसने इसकी नहीं लगी लेकिन ये दूर चला गया था उससे जब वो नीचे गिर गई मतलब ये बच्चा गिर गया ये भी गिर गया वो भी गिर गई बच्चा हाथ में ही थाम रखा था उस वक्त मकतूला ने जब उससे बेदर्दी के साथ कत्ल किया गया वजी आप क्या मुतालबा करें मेरे बाप दियां जेतियां एक ही बेटा है दिन रात मजदूरी करता साडे ढिड पालदा सी ना ज़ालिमां ने थाई मुका दिता कख नहीं छड्डिया मेरे बाप दा बड़ी बेरहमी नाल मारिया है सानू नहीं भुल सकदा है नहीं भुल सकदियां जिस तरह बेरहमी नाल उन्हां ने मारिया है बेगुनाहां नू मार गए ने मेरियां भैणां नू भी मार दिता मेरा प्यो दिन रात मजदूरी करदा सी ना देखदा ही दिन ना देखदा सी रात मजदूरी करके साडे ढिड पालदा सी माड़ी खिलांदा सी चंगी खिलांदा सी 3 टाइम खिला के इसलांदा सी ये रोती गिड़गिड़ाती वो बेटियां हैं जिनके वालिद और वालदा को न सिर्फ कत्ल किया गया बल्कि इनकी बहनों को भी बेदर्दी के साथ कत्ल कर दिया गया तनाज़ा आपको पता है वो मामूली सा एक तनाज़ा था जिस पर जालिम ने जुल्म और बर्बरियत की एक नई मिसाल कायम कर दी है ये थाना सब्ज़ पीर की हदूद है तहसील पसरूर है जहाँ पर ये अफसोसनाक वाक़या पेश आया उन बेचारी जो गमज़दा बहनें हैं
ان کا بھی یہی مطالبہ ہے, نہ صرف ان کی بہنوں کے قاتلوں بلکہ ان کے والدین کو بھی قتل کرنے والے ایک ہی ملزمان ہیں. ان کا کہنا ہے کہ انہیں سزا دی جائے, انہیں انصاف فراہم کیا جائے. خاص طور پر میں مریم نواز صاحبہ سے مخاطب ہوں گا جو وزیر اعلیٰ پنجاب ہیں. انہیں چاہیے کہ ان بیٹیوں کا درد سمجھیں, ان کی تکلیف سمجھیں. نہ صرف ان کے سر سے ان کے والدین کا سایہ چھین لیا گیا بلکہ ان کی بہنیں جو ان کے ساتھ کھیلتی تھی, کودتی تھی. ایک بہن تو ان کے گھر جو ہے وہ چھٹیاں گزارنے کے لیے آئی ہوئی تھی اپنے بچے کو لے کے کہ اپنے گھر جاؤں گی, میکے جاؤں گی, لیکن اسے کیا پتا تھا اسی کے میکے میں اسے بے دردی کے ساتھ قتل کر دیا جائے گا اور نہ کردے ہوئے مطلب چیزوں کی انہیں سزا ملے گی. کوئی ایسا بڑا واقعہ نہیں تھا کہ جس کی وجہ سے ان معصوم بچیوں کو بھی نشانہ بنایا جاتا, جاوید کی بیوی کو بھی نشانہ بنایا جاتا, ایون کہ جاوید کو بھی نشانہ بنایا جاتا. معمولی سی بات ہے, اب تک جتنے بھی لوگ ملے ہیں ان کا یہی کہنا ہے کہ وہ جو جگہ 1 سے 1.5 فٹ کی جگہ پر مٹی ڈالی تھی اور جسے وہ بنایا تھا, اسی کی وجہ سے ملزم شہزاد اور ساتھ جو دیگر ملزمان ہیں انہوں نے بے دردی کے ساتھ فائرنگ کر کے انہیں موت کے گھاٹ اتار دیا. ایک خاتون بھی زخمی ہوئی جس کی حالت تفتیشناک بتائی جا رہی ہے, جو لاہور کے ایک مقامی ہسپتال میں منتقل کی گئی ہے. ناظرین, اس وقت ہمارے ساتھ مقتول جاوید اور جو ان کی والدہ ہیں ان کا بیٹا تو موجود ہے, جن کی بہنوں کو بھی بے دردی کے ساتھ قتل کیا گیا. لیکن یہ جو ہے وہ انتہائی معصوم بچہ ہے جسے ابھی تک یہ بھی علم نہیں کہ کب, کیسے اور کیوں ان کے والدین کو, ان کی بہنوں کو قتل کر دیا گیا. یہ ذہنی طور پر کمزور وہ بچہ ہے کیونکہ جاوید ہی گھر کا واحد کفیل تھا. 6 بیٹیاں تھیں, ان کی بھی دیکھ بھال وہی کر رہا تھا. کچھ کی اس نے شادیاں کر دی تھی, کچھ کی ابھی شادیاں کرنی تھی. سب سے چھوٹی بیٹی بھی آپ کو دکھائی. لیکن یہ اب بھائی ہے جس کے کندھوں پہ ذمہ داری تو آن پہنچی ہے, لیکن اسے ابھی تک کچھ بھی نہیں معلوم اور نہ ہی یہ کوئی کام کاج کر سکتا ہے. تو برائے مہربانی نہ صرف ان کے قاتلوں کو تو سخت سے سخت سزا ملنی چاہیے, ان کی داد رسی بھی کرنی چاہیے. ریاست کی ذمہ داری ہے, حکومت کی ذمہ داری ہے کہ ان پر خاص توجہ دیں. اس خاندان کو کون لے کے چلے گا, کیسے یہ جو ہیں وہ سروائیو کر پائیں گے, کیسے پلیں گے. تو مریم نواز صاحبہ سے ہماری اپیل ہے, پہلے ہم نے بیٹیاں بھی دکھائیں جن کے والدین کا نہ صرف سایہ چھینا گیا بلکہ ان کی 2 بہنوں کو بھی قتل کر دیا گیا. مزید لوگ بھی اگر فائرنگ کی آواز سن کے باہر جاتے تو ہو سکتا وہ باقی لوگوں کو بھی اس طرح بے دردی کے ساتھ موت کے گھاٹ اتار دیا. تو یہی وہ جو ہے ان کا سہارا تو ہے, یہ بھائی ہے, لیکن اسے کچھ معلوم نہیں. اسے ابھی تک یہ بھی نہیں پتا کہ یہ سب کچھ کیسے ہو گیا, کیوں ہو گیا. ناظرین, بات ہو رہی ہے میاں بیوی اور 2 بچیوں کے قتل کی افسوسناک واردات کے حوالے سے. اس وقت ہمارے ساتھ مقامی صحافی, یہاں کے جو ہمارے صحافی بھائی ہیں وہ موجود ہیں. سب سے پہلے فاروق سلیری صاحب سے جانتے ہیں کہ انہوں نے اس وقوعے کی جب اطلاع ملی, یہاں پر آ کے جو رپورٹنگ کی, اس میں کیا کچھ دیکھا, اصل وجوہات اس وقوعے کی ہیں کیا, انہی کی زبانی جاننے کی کوشش کرتے ہیں. فاروق صاحب بہت شکریہ وقت دیا. فاروق صاحب, یہ اتنا افسوسناک واقعہ پیش آیا کہ ایک چھوٹی سے زمین کے ٹکڑے پہ جو مقتول ہی کا تھا اس پر وہ مٹی ڈال رہا تھا, اس کی وجہ سے یہ قتل کر دیا گیا. کیا یہی معاملہ ہے یا اس کے علاوہ بھی کوئی معاملہ ہے, ہوا کیا, یہ سب کچھ اس کے پیچھے کیا تفصیلات کیا ہیں؟ اچھا دیکھیں, جیسا کہ آپ نے خود اس جگہ کو وزٹ کیا اور آپ نے دیکھا کہ زمین کوئی اتنی زیادہ نہیں ہے, بالکل معمولی زمین ہے, 1 سے 2 فٹ زمین ہے, بالکل جس کی وجہ سے یہ اندوناک واقعہ جو ہے یہاں پہ پیش آیا. تو میں سمجھتا ہوں کہ یہ زمین کے ساتھ ایک عدم برداشت کا بہت بڑا ایک یہ واقعہ ہے, اور اس عدم برداشت کی بھینٹ چڑھ گئے ہیں 4 جو انسانی جانیں ہیں, جس میں معصوم ایک بچی ہے جس کی عمر 14 سال ہے, اور ایک 22 سالہ لڑکی ہے, اس کا وہ میرڈ تھی, اس کا ایک چھوٹا سا بچہ ہے وہ بھی رہ گیا ہے, اور اس طرح میاں بیوی وہ دونوں جو اس کے ماں باپ تھے. تو یہاں پر میں آپ کو بتاؤں کہ جو ہم نے یہاں اس علاقے میں ایز اے رپورٹر جو چیز یہاں پہ دیکھی ہے کہ زمین کے جو تنازعات ہیں وہ بہت زیادہ ہیں, اور اکثر لڑائی جھگڑوں کے پیچھے جو زمینی تنازعات ہیں وہ اس کے پس منظر میں اس طرح کے واقعات ہیں کہ زمین کے معاملات ہوتے ہیں. اور اس کے ساتھ ساتھ یہاں پر میں یہ بھی کہوں گا کہ جس طرح سے یہ واقعہ ہوا, ہم نے آ کے یہاں دیکھا اور ایک آتشی اسلحے کے ساتھ ان کو جو ہے وہ موت کے گھاٹ اتارا گیا. یہاں پر اتنا جدید اسلحہ استعمال ہوا, اور وہ بھی نہتی عورتوں پر جو ہوا, وہ بھی مزدوری کرنے کے لیے آیا ہوا. ایک طرح سے کئی جانوں کو جو ہے وہ یہاں پہ جو ہے وہ مارا گیا, ایک خاتون زخمی ہوئی ہے راگیر, اور جتنے لوگ
اس کے سامنے آئے اس فیملی کے, उसने उसको बेदर्दी से कत्ल किया. अगर और भी आ जाते मजीद उसने मजीद को भी मार देने थे. यार इतनी नफरत, वो फारूक साहब यही इसके पीछे वजूहात सिर्फ इतना सब ये जगह का टुकड़ा नहीं समझ आती, कोई और भी कोई केसेस चल रहे थे, कोई मसला था, कोई तनाजा था क्या? इस तरह के कोई संगीन इनके दरमियान कोई केसेस ऐसे नहीं थे. बिल्कुल मोहल्ले जमीन की वजह से, सामने घर भी, हाँ, जमीन की वजह से इनके जो मामलात हैं वो चल रहे थे. अच्छा. थानों में और कुछ केसेस इनके मेरे इल्म में आए कि अदालत में भी ज़ेर समाअत था कोई केस. अच्छा. तो ये सारा इसके साथ मेरे ख्याल से इस मुल्जिम के साथ नहीं बल्कि दूसरी पार्टी, हाँ, बताते हैं वो साथ. तो इस तरह से ये जो वक़ूआ हुआ है इसमें मैं समझता हूँ कि अदम बर्दाश्त का ये वाक़या है. और दूसरी मैं जो बात कर रहा था कि ये असला जो इसमें इस्तेमाल हुआ है, आप देख सकते हैं कि किस तरह से एक आदमी के पास एक पसमानदा सा गाँव है कि उसके पास इस तरह के जदीद असला मौजूद था, तो उसने उस जदीद असले के साथ, आतशी असले के साथ यहाँ पर एक खून की होली जो है वो खेली है. और 4 जो जानें हैं वो चली गई हैं, एक ज़ख्मी है, उसकी हालत भी तशवीशनाक पता चल रहा है कि यहाँ पे है. तो ये कहीं ना कहीं इसमें जो है वो अगर ये वक्त पे इस मामले को जो को अस्पताल मुंतकिल किया गया तो उस वक्त वाकई ये बहुत देर से यहाँ से जो है लाशें उठाई गई. तो हमने भी जो यहाँ पे देखा कि बहुत वक्त गुजर चुका था और लाशें यहाँ पे पड़ी थीं. तो ये वाकया इसी तरह. पुलिस क्या कहती है मुल्जिम की गिरफ्तारी के हवाले? पुलिस ने देखें यकीन दहानी तो करवाई है कि जल्द पकड़ लेंगे. जो पुलिस के आला ऑफिसर हैं वो भी यहाँ पर मौका पर पहुंचे, डिप्टी पसरूर पहुंचे, DPO सियालकोट पहुंचे, उन्होंने लवाहिकीन के साथ बातचीत हुई उनकी, और पुलिस का यही कहना था कि जल्द मुल्जिमान को जो है वो पकड़ा जाएगा. लेकिन अभी तक कोई ऐसी जो पुलिस की जानिब से मुल्जिमान को हिरासत में लेने की कोई सामने बात नहीं आ सकी. मैं समझता हूँ कि जिस तरह से ये वाकया हुआ है ना, उसने जितनी दीदा दिलेरी के साथ ये वाकया किया है, मैं समझता हूँ अभी इस फैमिली के जो दीगर मेंबर्स हैं, जब तक वो मुल्जिमान पकड़े नहीं जाते मैं इनको गैर महफूज समझता हूँ. बिल्कुल, क्योंकि जिस तरह से जो हत्थे चढ़ गया उसके, जो सामने आ गया उसने उसको मार दिया. जितने लोग उसकी आंखों के सामने आए उसने वो ढेर कर दिए वहीं पे. तो वो दंदनाता फिर रहा है, उसकी गिरफ्तारी ज़रूरी है, इस एतबार से ज़रूरी है कि बाकी जाने मेरे ख्याल में महफूज नहीं है जो इस वाक़े से मुझे नजर आ रहा है. तहफ़्फ़ुज़ फराहम करना चाहिए. वैसे पुलिस की एक वैन यहाँ पे खड़ी है बिल्कुल, लेकिन मेन जो वक़ूए के बाद ही होता है. मरकजी जो मुल्जिमान हैं उनकी गिरफ्तारी मेरे ख्याल में ज़रूरी है ताकि बाकी जो लोग हैं वो अपने आप को महफूज समझ सकें और वो समझें कि कोई हमारा अजाला हुआ है और उनके जो ज़ख्म हैं उन पे मरहम रखा जाए इनके मुल्जिमान की गिरफ्तारी की सूरत में. पहले ऐसा ही कभी ज़मीन के तनाज़े पर किसी को फायर लग गया या एक कत्ल हो गया, लेकिन ऐसा कभी हमने पहले नहीं देखा कि चार अफराद को एक ज़ख्मी, बल्कि एक ही खानदान के मियाँ बीवी दो बेटियाँ. देखो उस जालिम शख्स के अंदर इतनी नफरत थी, तो ये नफरत ही सामने नजर आ रही है कि इतनी नफरत के साथ उन्होंने बेदर्दी के साथ मासूम बच्चियों को कत्ल किया है. जैसे कि सुनने में ये भी आ रहा है कि एक बेटी जो उसका एक बच्चा भी था मासूम सा, उसको भी उसने उठाकर दूर फेंक दिया है. तो इस वाक़या के पीछे ज़मीन का मामला तो एक 2 फुट की ज़मीन है, ज़मीन यहाँ रह चुकी है. जितनी भी मजम्मत की जाए, हाँ, जितनी भी मजम्मत की जाए इस वाक़या की वो कम है, क्योंकि ये बहुत बड़ा नुकसान हुआ है इस इलाके के लिए, तहसील पसरूर के लिए, बेसिकली इस फैमिली के लिए जो इस उनकी दुनिया ही उजड़ गई है. इसको बदकिस्मत फैमिली कह सकते हैं जिनकी फैमिली के जो मेम्बरान थे उनको उन्होंने मौत के घाट उतार दिए. सही है. असद साहब, पुलिस इस हवाले से क्या कार्रवाई कर रही है अब तक? पुलिस देखें, कल जिस तरह फ़ारूक साहब ने बताया कि DPO सियालकोट और DSP पसरूर और SHO थाना सब्ज़पीर और मुख्तलिफ थानों के SHO यहाँ पर आए थे, वो अपनी कार्रवाई का आगाज़ उन्होंने किया और अभी भी यहाँ पर पुलिस की गाड़ी खड़ी है. यही अगर बंदोबस्त पहले होते, छोटी छोटी एप्लीकेशनों को बताया जाता, उसको हैंडल किया जाए तो यहाँ पर मामला ना आते. ज़मीन मरियम नवाज़ सबसे पहले तो उनका हक बनता है इनके गाँव आए, इनके सर के ऊपर अपना जो है ना वो सर के ऊपर हाथ रखे और इनको ये तसल्ली देगा आपके मुल्ज़मान जितने भी हैं उनको गिरफ्तार किया जाएगा और कानून के कटहरे में खड़ा किया जाएगा और करना भी चाहिए. नाज़रीन, हमने मुकामी सहाफ़ियों भाइयों से भी बात की, उनकी भी गुफ्तगू सुनाई कि किस तरह से ये वाक़या पेश आया, उसके बाद क्या कुछ होता रहा. पुलिस ने मुकदमा भी दर्ज कर लिया, अब तक मुल्ज़मान गिरफ्तार नहीं हो सके. तमाम लोगों का यही मुतालबा है कि उन्हें इंसाफ फराहम किया जाए. इंसाफ फराहम करना रियासत की ज़िम्मेदारी होती है, रियासत को अपनी ज़िम्मेदारी अदा करनी होगी. ख़ास तौर पर वज़ीर आला पंजाब मरियम नवाज़ के लिए भी ये टेस्ट केस है कि 2 मासूम बेटियों को भी कत्ल किया गया, जावेद की बीवी को भी कत्ल किया गया. जावेद को भी कत्ल किया गया, वो निहत्ते अपने ही जगह पर जो है वो खेती बाड़ी कर रहे थे, यहाँ से निकले
तो उन्हें बिल्कुल इसके करीब ही बेदर्दी के साथ मौत के घाट उतार दिया गया। इर्द गिर्द चारों बच्चियों की, 2 बेटियों की और मियाँ बीवी की लाशें 2 घंटे तक पड़ी रहीं। 2 घंटे की ताख़ीर के बाद पुलिस पहुंची, उसके बाद भी पुलिस जो है वो शवाहिद इकट्ठी करती रही। 12-1 बजे के करीब जो है वो लाशों को यहाँ से उठाया गया और फिर अस्पताल में मुंतकिल किया गया। नाजरीन, इस अफसोसनाक वाक़े का एहतमाम भी इसी शेर से करना चाहूँगा कि जुल्म बच्चे जन रहा है कूचा व बाजार में, अदल को भी साहिबे औलाद होना चाहिए। अगर बात की जाए हमारे मुल्क की तो यहाँ पर जराइम पेशा अफराद का कानून से खौफ उतरता चला जा रहा है, जिसकी बुनियादी वजह यह है कि कानून कोई ऐसी हरकत नहीं करता कि जिससे बाकियों को इबरत मिले। ऐसा ना हो कि मुआशरे में ये नासूर फैलते चले जाएं और लोगों को इसी तरह उनके बीवी बच्चों समेत कत्ल करें। लिहाजा रियासत की ये जिम्मेदारी है, उन्हें ये चाहिए कि ऐसे जराइम पेशा अफराद को इबरत का निशान बना दें, उन्हें इबरतनाक सजाएं दिलवाई जाएं ताकि ऐसे जुल्म की रोकथाम की जा सके। अपने इर्द गिर्द होने वाले जुर्म को फौरी 15 पर रिपोर्ट कीजिए। अपने मेजबान सलमान कुरैशी को इजाजत दीजिए। अल्लाह निगहबान।